ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਮੇਰਾ ਸਾਥ ਦੇ ਰਹੇ ਨੇ ਅਜੀਤ ਜੀ, ਸਬਦੀਸ਼ ਜੀ, ਪ੍ਰਮੀਤ ਜੀ ਅਤੇ ਸੀਪੀ ਸਿੰਘ ਜੀ। ਤੁਹਾਡਾ ਸਭ ਦਾ ਵੀ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਥੈਂਕ ਯੂ ਜੀ। ਬਿਲਕੁਲ ਜੀ। ਗੱਲਬਾਤ ਕਰਾਂਗੇ ਸੁਪਰੀਮ ਕੋਰਟ ਦੁਆਰਾ ਲਏ ਗਏ ਇੱਕ ਅਹਿਮ ਫੈਸਲੇ ਦੀ ਕਿ ਨੈਸ਼ਨਲ ਹਾਈਵੇਜ਼ ਅਤੇ ਸਟੇਟ ਹਾਈਵੇਜ਼ ਦੇ 500 ਮੀਟਰ ਦੀ ਦੂਰੀ ਤੱਕ ਕੋਈ ਵੀ ਸ਼ਰਾਬ ਦਾ ਠੇਕਾ ਜਾਂ ਤੁਸੀਂ ਲਿਕਰ ਵੈਂਟਸ ਕਹਿ ਸਕਦੇ ਹੋ, ਇਵਨ ਦੋ ਕਿ ਬਾਰ ਪਬ ਜਾਂ ਰੈਸਟੋਰੈਂਟ ਦੇ ਵਿੱਚ ਵੀ ਸ਼ਰਾਬ ਦਾ ਸੇਵਨ ਨਾ ਹੋਏ। ਇਸ ਪੂਰੇ ਮੁੱਦੇ ਤੇ ਡਿਟੇਲ ਨਾਲ ਨਿਗਾਹ ਮਾਰਾਂਗੇ। ਉਸ ਤੋਂ ਬਾਅਦ ਹਰ ਐਸਪੈਕਟ ਨੂੰ ਟੱਚ ਕਰਨ ਦੀ ਕੋਸ਼ਿਸ਼ ਕਰਾਂਗੇ। ਕੀ ਕਾਰਨ ਸੀ ਕਿ ਸੁਪਰੀਮ ਕੋਰਟ ਨੂੰ ਇੱਕ ਮਹੱਤਵਪੂਰਨ ਫੈਸਲਾ ਸੁਪਰੀਮ ਕੋਰਟ ਦੁਆਰਾ ਲਿਆ ਗਿਆ। 1996 ਦੇ ਵਿੱਚ ਚੰਡੀਗੜ੍ਹ ਦੇ ਰਹਿਣ ਵਾਲੇ ਹਰਮਨ ਸਿੱਧੂ ਸਾਹਿਬ ਨੇ ਇੱਕ ਪਟੀਸ਼ਨ ਲਾਈ ਸੀ, ਜਿਹਦੇ ਚੱਲਦੇ ਹੋਏ ਸੁਪਰੀਮ ਕੋਰਟ ਤੋਂ 2016 ਦੇ ਵਿੱਚ ਇਹ ਫੈਸਲਾ ਆਇਆ ਕਿ ਨੈਸ਼ਨਲ ਹਾਈਵੇਜ਼ ਅਤੇ ਸਟੇਟ ਹਾਈਵੇਜ਼ ਅਤੇ ਐਕਸਪ੍ਰੈਸਵੇ ਦੇ ਤੋਂ 500 ਮੀਟਰ ਤੱਕ ਕੋਈ ਵੀ ਸ਼ਰਾਬ ਦੇ ਠੇਕੇ ਨਹੀਂ ਹੋਣਗੇ। ਜੇ ਪੰਜਾਬ ਅਤੇ ਹਰਿਆਣਾ ਦੀ ਅਸੀਂ ਗੱਲ ਕਰੀਏ ਜਾਂ ਦਿੱਲੀ ਤੋਂ ਜਦੋਂ ਅਸੀਂ ਪੰਜਾਬ ਵੱਲ ਜਾਂਦੇ ਹਾਂ, ਆਮ ਤੌਰ ਤੇ ਹੀ ਸਾਨੂੰ ਦੇਖਣ ਨੂੰ ਮਿਲਦਾ ਹੈ ਕਿ ਸ਼ਰਾਬ ਦੇ ਠੇਕੇ ਰੋਡ ਦੇ ਉੱਤੇ ਆਮ ਤੌਰ ਤੇ ਹੀ ਮਿਲ ਜਾਂਦੇ ਨੇ, ਜਾਂ ਫਿਰ ਉਹਨਾਂ ਦੀ ਐਡਵਰਟਾਈਜ਼ਮੈਂਟ ਕਿ ਇੰਨੀ ਦੂਰ ਫਲਾਣੇ ਇੰਨੀ ਦੂਰ ਸ਼ਰਾਬ ਦਾ ਠੇਕਾ ਵਾ, ਆਮ ਤੌਰ ਤੇ ਹੀ ਮਿਲ ਜਾਂਦੀ ਆ। ਥੋੜੀ ਜੀ ਇਸ ਪੂਰੇ ਮੁੱਦੇ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਲੋੜ ਪੈ ਗਈ ਸੀ ਹਰਮਨ ਸਿੱਧੂ ਸਾਹਿਬ ਨੂੰ ਕਿ ਕੋਰਟ ਦੇ ਵਿੱਚ ਇਹ ਪਟੀਸ਼ਨ ਲਾਈ ਜਾਵੇ। ਜੇ ਇੰਡੀਆ ਦੀ ਗੱਲ ਕਰੀਏ ਤੇ ਇੰਡੀਆ ਦੇ ਵਿੱਚ ਜੋ ਐਕਸੀਡੈਂਟ ਵਿੱਚ ਲੋਕਾਂ ਦੀ ਮੌਤ ਹੁੰਦੀ ਹੈ ਕਾਫੀ ਜ਼ਿਆਦਾ ਹਾਈ ਆ, ਤੇ ਉਹਦੇ ਵਿੱਚੋਂ ਜੇ ਡਰੰਕ ਡਰਾਈਵਿੰਗ ਦੀ ਗੱਲ ਕਰੀਏ ਉਹ ਵੀ ਮਾਤਰਾ ਕਾਫੀ ਜ਼ਿਆਦਾ ਹਾਈ ਆ। ਇਵਨ ਦੋ ਕਿ ਕੁਝ ਮੇਰੇ ਸਾਥੀ ਇਹ ਜ਼ਰੂਰ ਕਹਿਣਗੇ ਕਿ ਡਰੰਕ ਡਰਾਈਵਿੰਗ ਨੂੰ ਕੰਟਰੋਲ ਕਰਨ ਵਾਸਤੇ ਸੁਪਰੀਮ ਕੋਰਟ ਨੇ ਜੋ ਇਹ ਫੈਸਲਾ ਲਿਆ ਵਾ ਸ਼ਾਇਦ ਸਹੀ ਨਹੀਂ ਹੈ। ਕੰਟਰੋਲ ਤੇ ਡਰੰਕ ਡਰਾਈਵਿੰਗ ਨੂੰ ਕਰਨਾ ਚਾਹੀਦਾ ਸੀ, ਜਾਂ ਫਿਰ ਉਹ ਲੋਕ ਜੋ ਡਰੰਕ ਡਰਾਈਵਿੰਗ ਕਰਦੇ ਫੜੇ ਜਾਣ ਉਹਨਾਂ ਨੂੰ ਉਸ ਲਾਅ ਨੂੰ ਸਟ੍ਰਿਕਟ ਕਰਨਾ ਚਾਹੀਦਾ ਸੀ, ਤਾਂ ਕਿ ਲੋਕ ਸ਼ਰਾਬ ਪੀ ਕੇ ਗੱਡੀ ਚਲਾਉਣ ਤੋਂ ਗੱਡੀ ਨਾ ਚਲਾਉਣ। ਪਰ ਸੁਪਰੀਮ ਕੋਰਟ ਨੇ ਜੋ ਰਾਹ ਅਪਣਾਇਆ ਕਿਤੇ ਨਾ ਕਿਤੇ ਕਿ ਠੇਕਿਆਂ ਨੂੰ ਹੀ ਰੋਡਾਂ ਤੋਂ ਦੂਰ ਕਰ ਦੋ, ਤਾਂ ਕਿ ਘੱਟ ਲੋਕ ਹਾਈਵੇਜ਼ ਉੱਤੇ ਜਾਂ ਫਿਰ ਐਕਸਪ੍ਰੈਸਵੇ ਉੱਤੇ ਸ਼ਰਾਬ ਪੀ ਕੇ ਗੱਡੀ ਚਲਾਉਣ। ਕੁਝ ਆંકੜੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰੂੰਗਾ ਮੈਂ। ਉਸ ਤੋਂ ਪਹਿਲਾਂ ਮੈਂ ਆਪਣੇ ਸਾਥੀਆਂ ਦੇ ਥੋੜੇ ਜਿਹੇ ਮੈਂ ਜ਼ਰੂਰ ਵਿਚਾਰ ਜਾਨਣਾ ਚਾਹੂੰਗਾ। ਸ਼ੁਰੂ ਕਰਦੇ ਹਾਂ ਸੀਪੀ ਸਿੰਘ ਜੀ ਤੋਂ। ਸੀਪੀ ਸਿੰਘ ਜੀ, ਕੀ ਤੁਸੀਂ ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਸਹਿਮਤ ਜੋ ਕਿ ਸ਼ਰਾਬ ਦੇ ਠੇਕੇ ਹਾਈਵੇ ਤੋਂ ਜਾਂ ਨੈਸ਼ਨਲ ਹਾਈਵੇ ਤੋਂ 500 ਮੀਟਰ ਜੋ ਕਿ ਸੁਪਰੀਮ ਕੋਰਟ ਨੇ ਪਹਿਲੇ ਫੈਸਲੇ ਚ ਆਖਿਆ ਸੀ, ਉਸ ਤੋਂ ਬਾਅਦ ਜਦੋਂ ਕਾਫੀ ਸਟੇਟਸ ਨੇ ਵਾਪਸ ਇੱਕ ਰਿਵਿਊ ਪਟੀਸ਼ਨ ਲਾਈ ਗਈ ਤੇ ਛੋਟੀ ਮਿਊਨਿਸਪੈਲਿਟੀ ਜਿੱਥੇ ਕਿ ਪੋਪੂਲੇਸ਼ਨ 20,000 ਤੋਂ ਘੱਟ ਆ ਉੱਥੇ ਥੋੜੀ ਜਿਹੀ ਰਿਆਇਤ ਦੇ ਦਿੱਤੀ ਗਈ, 200 ਮੀਟਰ ਕਹਿ ਦਿੱਤਾ ਗਿਆ। ਕੀ ਤੁਸੀਂ ਇਹ ਤੋਂ ਸਹਿਮਤ ਜੋ ਕਿ ਡਰੰਕ ਡਰਾਈਵਿੰਗ ਨੂੰ ਕੰਟਰੋਲ ਕਰਨ ਦਾ ਇਹ ਸਹੀ ਤਰੀਕਾ ਵਾ? ਹਰਪ੍ਰੀਤ ਜੀ, ਡਰੰਕਨ ਡਰਾਈਵ ਜਿਹੜੀ ਹੈ ਉਹ ਬਹੁਤ ਡੇਂਜਰਸ ਹੈ, ਇਹਦੇ ਤੋਂ ਕੋਈ ਦੋ ਰਾਏ ਨਹੀਂ ਹੈ ਔਰ ਸਾਰੇ ਮੇਰੇ ਖਿਆਲ ਇਸ ਨੂੰ ਐਗਰੀ ਕਰਨਗੇ। ਪਰ ਇੱਕ ਚੀਜ਼ ਦੇਖਣ ਵਾਲੀ ਇੱਥੇ ਹੈ ਕਿ ਸੁਪਰੀਮ ਕੋਰਟ ਨੇ ਇਹ ਆਰਡਰ ਦਿੱਤਾ ਹੈ ਕਿ 500 ਮੀਟਰ ਦੇ ਅੰਦਰ ਅੰਦਰ ਕੋਈ ਵੀ ਲਿਕਰ ਹੈ ਜਿਹੜੀ ਉਹ ਸੇਲ ਨਹੀਂ ਕੀਤੀ ਜਾਏਗੀ ਔਰ ਨਾ ਹੀ ਉੱਥੇ ਸਰਵ ਕੀਤੀ ਜਾਏਗੀ। ਔਰ ਇਸ ਚੀਜ਼ ਦਾ ਜਿਹੜਾ ਇੰਪੈਕਟ ਹੈ ਆਈ ਥਿੰਕ ਉਹ ਬਹੁਤਾ ਨਹੀਂ ਪੈਣ ਵਾਲਾ, ਕਿਉਂਕਿ 500 ਮੀਟਰ ਤੋਂ ਇਲਾਵਾ ਜਿਹੜੇ ਹੈਗੇ ਨੇ ਜਾਂ ਜਿੱਥੇ ਡਰਿੰਕ ਸਰਵ ਕੀਤੀ ਜਾਂਦੀ ਹੈ ਉਸ ਦਾ ਕੀ ਹੈ, ਲੋਕੀ ਉੱਥੇ ਸਰਵ ਕਰਕੇ ਜਾਂ ਉੱਥੇ ਪੀ ਕੇ ਨੈਸ਼ਨਲ ਹਾਈਵੇ ਤੇ। ਸੋ ਇਹ ਡਿਸੀਜਨ ਜਿਹੜਾ ਆਪਣੇ ਆਪ ਦੇ ਵਿੱਚ ਹੀ ਬੜਾ ਕੰਟਰਾਡਿਕਟਰੀ ਹੈ, ਕਿਉਂਕਿ ਅਸੀਂ ਨੈਸ਼ਨਲ ਹਾਈਵੇ ਤੋਂ ਤਾਂ ਜ਼ਰੂਰ ਚੱਕ ਦਾਂਗੇ, ਅਸੀਂ ਨੈਸ਼ਨਲ ਹਾਈਵੇ ਤੋਂ ਬਾਰਸ ਦੇ ਵਿੱਚ ਵੀ ਸਰਵ ਕਰਨੀ ਬੰਦ ਕਰ ਦਾਂਗੇ, ਲੇਕਿਨ ਉਹ ਬੰਦਾ ਜਿਸਨੇ ਪੀਣੀ ਹੀ ਪੀਣੀ ਹੈ ਉਹ 500 ਮੀਟਰ ਤੋਂ ਬਾਅਦ ਅੰਦਰ ਪੀ ਕੇ ਹਾਈਵੇ ਤੇ ਚੜ ਜਾਏਗਾ। ਫਿਰ ਕੀ ਉਹ ਐਕਸੀਡੈਂਟ ਨਹੀਂ ਹੋਣਗੇ, ਫਿਰ ਕੀ ਉਹ ਲੌਜੀਕਲੀ ਸਹੀ ਹੋ ਜਾਏਗਾ। ਸੋ ਕਿਤੇ ਨਾ ਕਿਤੇ ਫੈਸਲਾ ਬੜਾ ਅਜੀਬ ਜਿਹਾ ਹੈ, ਜਿਸ ਨਾਲ ਕਿ ਤੁਸੀਂ ਦੇਖੋ ਇਹਦਾ ਇੰਪੈਕਟ ਜਿਹੜਾ ਪੈ ਰਿਹਾ ਉਹ ਬਿਜ਼ਨਸ ਦੇ ਵਿੱਚ, ਜਿਹੜਾ ਹੋਟਲ ਬਿਜ਼ਨਸ ਦੇ ਵਿੱਚ ਬਹੁਤ ਜ਼ਿਆਦਾ ਪੈ ਰਿਹਾ। ਸੋ ਹਰਪ੍ਰੀਤ ਜੀ, ਜੇ ਮੈਂ ਪਰਸਨਲ ਤੁਸੀਂ ਰਾਏ ਮੰਨੋ ਤਾਂ ਮੈਨੂੰ ਇਹ ਡਿਸੀਜਨ ਠੀਕ ਨਹੀਂ ਲੱਗਿਆ, ਕਿਉਂਕਿ ਇਹ ਡਿਸੀਜਨ ਪਾਲਿਸੀ ਦੇ ਉੱਪਰ ਹੋਣਾ ਚਾਹੀਦਾ ਸੀਗਾ। ਡਰਿੰਕਿੰਗ ਦੀ ਜਿਹੜੀ ਪਾਲਿਸੀ ਹੈ ਜਾਂ ਡਰਿੰਕ ਤੋਂ ਬਾਅਦ ਡਰਾਈਵ ਕਰਨ ਦੀ ਜਿਹੜੀ ਪਾਲਿਸੀ ਹੈ, ਜਾਂ ਜਿਹੜੇ ਪੁਲਿਸ ਨਾਕੇ ਲੱਗਦੇ ਨੇ, ਡਰੰਕਨ ਡਰਾਈਵ ਨਾਕੇ ਲੱਗਦੇ ਨੇ, ਉਹਨਾਂ ਦੀ ਕੋਈ ਪਾਲਿਸੀ ਆ, ਉਹਨਾਂ ਨੂੰ ਕੋਈ ਹੋਰ ਸਟ੍ਰਿਕਟਨੈਸ ਵਰਤੀ ਜਾਂਦੀ ਤਾਂ ਸ਼ਾਇਦ ਇਹ ਜ਼ਿਆਦਾ ਬੈਟਰ ਹੁੰਦਾ, ਬਜਾਏ ਇਹਦੇ ਕਿ ਅਸੀਂ ਇੱਕ ਲਿਮਿਟ ਲਗਾ ਦਈਏ ਕਿ ਇਸ ਲਿਮਿਟ ਦੇ ਵਿੱਚ ਅਸੀਂ ਠੇਕੇ ਨਹੀਂ ਕਰਾਂਗੇ, ਲੇਕਿਨ ਉਸ ਲਿਮਿਟ ਤੋਂ ਬਾਅਦ ਅਸੀਂ ਠੇਕੇ ਅਲਾਉ ਕਰ ਦਿੱਤੇ ਜਾਣਗੇ। ਉਹ ਚੀਜ਼ ਥੋੜੀ ਜੀ ਅਜੀਬ ਜੀ ਲੱਗਦੀ ਹੈ, ਕਿਉਂਕਿ ਜਿਹਨੇ ਪੀਣੀ ਹੈ ਉਹਨੇ ਤਾਂ 500 ਮੀਟਰ ਤੋਂ ਬਾਅਦ ਜਾ ਕੇ ਵੀ ਪੀ ਲੈਣੀ ਹੈ। ਸੋ ਕਿਤੇ ਨਾ ਕਿਤੇ ਉਸ ਏਰੀਏ ਦੇ ਵਿੱਚ, ਉਸ 500 ਮੀਟਰ ਦੇ ਵਿੱਚ 5 ਸਟਾਰ ਹੋਟਲ ਵੀ ਆਉਂਦੇ ਨੇ
ਜਿੱਥੇ ਕਿ ਐਕਸਪੈਕਟ ਨਹੀਂ ਕਰ ਸਕਦੇ ਤੁਸੀਂ ਕਿ ਲਿਕਰ ਜਿਹੜੀ ਹੈ ਉਹ ਸਰਵ ਨਹੀਂ ਕੀਤੀ ਜਾਊਗੀ। ਉੱਥੇ ਹੋਰ ਵੀ ਕੋਈ ਇਦਾਂ ਦੇ ਬਾਰਸ ਨੇ ਜਾਂ ਡਾਂਸ ਬਾਰਸ ਨੇ ਜਾਂ ਕੁਝ ਇਦਾਂ ਦੇ ਬਿਜ਼ਨੈਸਸ ਨੇ ਜਿਹੜੇ ਉਹ ਲਿਕਰ ਦੇ ਨਾਲ ਰਿਲੇਟਡ ਚੱਲ ਰਹੇ ਨੇ। ਸੋ ਕਿਤੇ ਨਾ ਕਿਤੇ ਬੜਾ ਅਜੀਬ ਜਿਹਾ ਡਿਸੀਜਨ ਦਿੱਤਾ ਸੁਪਰੀਮ ਕੋਰਟ ਨੇ। ਹਾਲਾਂਕਿ ਹਰਮਨ ਸਿੱਧੂ ਬਹੁਤ ਦੇਰ ਤੋਂ ਇਸ ਦੇ ਪਿੱਛੇ ਪਏ ਹੋਏ ਸੀ ਔਰ ਈਵਨ ਕਿ ਤੁਸੀਂ ਉਹਨਾਂ ਦੇ ਨਾਲ ਵੀ ਜੋ ਵਾਪਰਿਆ ਸੀਗਾ ਉਹ ਸ਼ਾਇਦ ਲਿਕਰ ਦੇ ਕਰਕੇ ਵਾਪਰਿਆ ਸੀ, ਇਸ ਕਰਕੇ ਉਹ ਇਸ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਸੀਗੇ। ਲੇਕਿਨ ਸੁਪਰੀਮ ਕੋਰਟ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਸੀ ਕਿ ਇਸ ਤਰ੍ਹਾਂ ਦਾ ਬੈਨ ਅਗਰ ਅਸੀਂ ਲਗਾ ਦਿੰਦੇ ਆ ਤਾਂ 500 ਮੀਟਰ ਤੋਂ ਬਾਅਦ ਕੀ ਹੋਏਗਾ, ਜਾਂ 500 ਮੀਟਰ ਤੋਂ ਪੀ ਕੇ ਜਦੋਂ ਬੰਦਾ ਹਾਈਵੇ ਚੜੇਗਾ ਤਾਂ ਫਿਰ ਕੀ ਹੋਏਗਾ। ਸੋ ਕਿਤੇ ਨਾ ਕਿਤੇ ਅਜੀਬ ਜਿਹਾ ਡਿਸੀਜਨ ਹੈ ਸੁਪਰੀਮ ਕੋਰਟ ਦਾ। ਐਕਸੀਡੈਂਟ ਦੇ ਡੇਟੇ ਉੱਤੇ ਵੀ ਨਿਗਾਹ ਮਾਰਾਂਗੇ। ਉਸ ਤੋਂ ਪਹਿਲਾਂ ਮੈਂ ਆਪਣੇ ਦੂਜੇ ਸਾਥੀਆਂ ਦੀ ਰਾਏ ਜ਼ਰੂਰ ਜਾਨਣਾ ਚਾਹੂੰਗਾ। ਸੁਖਦੀਪ ਜੀ, ਤੁਹਾਡੇ ਖਿਆਲ ਨਾਲ ਸੁਪਰੀਮ ਕੋਰਟ ਨੇ ਜੋ ਇਹ ਡਿਸੀਜਨ ਲਿਆ ਵਾ, ਕਿ ਤੁਸੀਂ ਇਹਨੂੰ ਸਹੀ ਮੰਨਦੇ ਜੋ? ਖਾਸ ਤੌਰ ਤੇ ਜੋ ਸੀਪੀ ਸਿੰਘ ਜੀ ਨੇ ਇਹ ਗੱਲ ਕੀਤੀ ਕਿ ਕਾਫੀ ਵੱਡੀ ਮਾਤਰਾ 'ਚ ਹੋਟਲਸ ਨੇ, ਮੈਰਿਜ ਹਾਲਸ ਨੇ ਜੋ ਕਿ ਰੋਡ ਤੋਂ 500 ਮੀਟਰ ਦੂਰ ਨਹੀਂ ਨੇ, ਤੇ ਜਦੋਂ ਇਹਨਾਂ ਹੋਟਲਸ ਨੇ ਜਾਂ ਫਿਰ ਮੈਰਿਜ ਪੈਲੇਸਿਸ ਨੇ ਜਾਂ ਫਿਰ ਰੈਸਟੋਰੈਂਟਸ ਨੇ ਲਾਇਸੈਂਸ ਵਾਸਤੇ ਅਪਲਾਈ ਕੀਤਾ ਸੀ, ਸਰਕਾਰ ਨੇ ਹੀ ਉਹਨਾਂ ਨੂੰ ਲਾਇਸੈਂਸ ਦਿੱਤਾ ਸੀ। ਇਵਨ ਲਿਕਰ ਸਰਵ ਕਰਨ ਦਾ ਲਾਇਸੈਂਸ ਵੀ ਸਰਕਾਰ ਨੇ ਦਿੱਤਾ ਸੀ। ਪਰ ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਇਹ ਇੰਡਸਟਰੀ ਇੱਕ ਵੱਡਾ ਨੁਕਸਾਨ ਖਾਣ ਜਾ ਰਹੀ ਆ। ਹੈਪੀ ਜੀ, ਪਹਿਲੀ ਗੱਲ ਤੇ ਮੈਂ ਇਹੀ ਕਹਿਣੀ ਚਾਹਾਂਗਾ ਕਿ ਹੁਣ ਤੁਸੀਂ ਕਲੀਅਰ ਵੀ ਕਰ ਦਿੱਤਾ ਕਿ ਮਸਲਾ ਸਿਰਫ 500 ਮੀਟਰ ਦੇ ਦਾਇਰੇ ਦੇ ਵਿੱਚ ਹਾਈਵੇ ਦੇ ਉੱਤੋਂ ਠੇਕੇ ਉਠਾਏ ਜਾਣ ਦਾ ਨਹੀਂ ਹੈ, 500 ਮੀਟਰ ਦੇ ਦਾਇਰੇ ਦੇ ਵਿੱਚ ਸ਼ਰਾਬ ਦੀ ਵਿਕਰੀ ਦਾ ਹੈ। ਇਸੇ ਕਰਕੇ ਜਿਹੜੇ 500 ਮੀਟਰ ਦੇ ਦਾਇਰੇ ਦੇ ਵਿੱਚ ਸਾਰੇ ਦੇ ਸਾਰੇ ਹੋਟਲ ਆ ਜਾਂਦੇ ਨੇ ਜਿਨ੍ਹਾਂ ਕੋਲੇ ਲਾਇਸੈਂਸ ਹੁਣ ਤੱਕ ਬਣੇ ਹੋਏ ਸੀ ਵਿਕਰੀ ਕਰਨ ਦੇ ਜਾਂ ਦਾਰੂ ਪਿਆਏ ਜਾਣ ਦੇ, ਜਾਂ ਜਿਹੜੇ ਮੈਰਿਜ ਪੈਲੇਸ ਬਣੇ ਹੋਏ ਸੀ। ਬਹੁਤ ਗਿਣਤੀ ਮੈਰਿਜ ਪੈਲੇਸ ਮੇਰੇ ਮੁਤਾਬਕ 100 ਮੀਟਰ ਵੀ ਸੜਕ ਤੋਂ ਪਰੇ ਨਹੀਂ ਆ, ਔਰ ਇਸੇ ਕਰਕੇ ਮੈਰਿਜ ਪੈਲੇਸ ਜਿਹੜੇ ਬਣੇ ਹੋਏ ਨੇ ਉਹਨਾਂ ਦੇ ਨੂੰ ਇਸ ਮਾਮਲੇ ਦੇ ਉੱਤੇ ਕਾਫੀ ਵੱਡੀ ਦਿੱਕਤ ਆਈ ਹੈ। ਪਰ ਮੈਂ ਭਾਰਤ ਵਰਗੇ ਦੇਸ਼ ਦੇ ਵਿੱਚ ਇਸ ਗੱਲ ਨੂੰ ਜਸਟੀਫਾਈਡ ਸਮਝੂੰਗਾ, ਕਿਉਂਕਿ ਭਾਰਤ ਵਰਗੇ ਦੇਸ਼ ਦੇ ਵਿੱਚ ਸਿਰਫ ਤੇ ਸਿਰਫ ਚਲਾਨ ਕੱਟ ਕੇ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਲੋਕ ਦਾਰੂ ਪੀ ਕੇ ਗੱਡੀ ਚਲਾਉਂਦੇ ਆ ਉਹਨਾਂ ਨੂੰ ਰੋਕ ਸਕਣਾ ਸ਼ਾਇਦ ਸੰਭਵ ਨਾ ਹੋਵੇ। ਮੈਨੂੰ ਲੱਗਦਾ ਇਸ ਦਾ ਇੱਕ ਅਜੇ ਫਰਦਰ ਵੀ ਇੱਕ ਹੋ ਸਕਦਾ ਫੈਸਲਾ ਲੈਣਾ ਪੈ ਜਾਵੇ ਕਿ ਕਈ ਵਾਰੀ ਸਾਈਨ ਦੇ ਦਿੱਤਾ ਜਾਂਦਾ ਵਾ ਕਿ ਇਸ ਸੜਕ ਤੋਂ ਇਸ ਲਿੰਕ ਰੋਡ ਦੇ ਉੱਤੇ ਤੁਹਾਨੂੰ 500 ਜਾਂ 700 ਮੀਟਰ ਦੇ ਉੱਤੇ ਠੇਕਾ ਮਿਲ ਸਕਦਾ। ਜਦੋਂ ਲਿੰਕ ਰੋਡਾਂ ਦੇ ਉੱਤੇ ਜੇ ਠੇਕੇ ਖੋਲੇ ਜਾਣਗੇ ਹੋ ਸਕਦਾ ਏਦਾਂ ਦੇ ਬੋਰਡ ਲਾਏ ਜਾਣ ਦੀ ਮਨਾਹੀ ਵੀ ਭਵਿੱਖ ਦੇ ਵਿੱਚ ਕਰਨੀ ਪਵੇ, ਜਾਂ ਮੈਂ ਜੇ ਡਿਟੇਲ ਨਹੀਂ ਜਾਣੀ ਹੋ ਸਕਦਾ ਹੁਣ ਵੀ ਇਸ ਫੈਸਲੇ ਦੇ ਵਿੱਚ ਇਹ ਗੱਲ ਸ਼ਾਮਲ ਕੀਤੀ ਗਈ ਹੋਵੇ, ਔਰ ਜੇ ਨਹੀਂ ਕੀਤੀ ਤਾਂ ਲਾਜ਼ਮੀ ਤੌਰ ਤੇ ਇਹ ਵੀ ਸ਼ਾਮਲ ਹੋ ਜਾਵੇਗੀ। ਔਰ ਭਾਰਤ ਵਰਗੇ ਦੇਸ਼ ਦੇ ਵਿੱਚ ਇਹ ਮਸਲਾ ਲਾਜ਼ਮੀ ਤੌਰ ਦੇ ਉੱਤੇ ਮੇਰੇ ਮੁਤਾਬਕ ਸਹੀ ਨਜ਼ਰ ਆਉਂਦਾ ਹੈ, ਕਿਉਂਕਿ ਲੋਕਾਂ ਨੂੰ ਰੋਕਣ ਦੀ ਜਿਹੜੀ ਚਲਾਨ ਕੱਟ ਕੇ ਰੋਕਣ ਦੀ ਪ੍ਰਵਿਰਤੀ ਹੈ ਉਹਦੇ ਤੱਕ ਪਹੁੰਚਣ ਤੋਂ ਪਹਿਲਾਂ ਲੋਕਾਂ ਨੂੰ ਇਸ ਗੱਲ ਦੀ ਸੰਭਾਵਨਾ ਤੋਂ ਦੂਰ ਕਰਨ ਦੀ ਜ਼ਰੂਰਤ ਹੈ ਕਿ ਉਹਨਾਂ ਨੂੰ ਆਸਾਨੀ ਦੇ ਨਾਲ ਹਾਈਵੇ ਦੇ ਉੱਤੇ ਦਾਰੂ ਮਿਲ ਜਾਵੇ। ਹੁਣ ਅਗਲੀ ਗੱਲ ਮੈਂ ਨਾਲ ਇਹਦੇ ਇਹ ਜੋੜ ਦੇਣਾ ਕਿ ਜਿਹੜੇ ਲੋਕ ਇਹਦੇ ਤੋਂ ਪ੍ਰਭਾਵਿਤ ਹੋਏ ਨੇ ਉਹਨਾਂ ਨੇ ਬੜਾ ਦਿਲਚਸਪ ਕਿਸਮ ਦਾ, ਘੱਟੋ ਘੱਟ ਪੰਜਾਬ ਦੇ ਵਿੱਚ ਬੜਾ ਦਿਲਚਸਪ ਕਿਸਮ ਦਾ ਫੈਸਲਾ ਲਿਆ। ਉਹ ਕਹਿੰਦੇ ਨੇ ਕਿ ਸਾਨੂੰ ਸਾਡੇ ਕੋਲੇ ਬੇਸ਼ੱਕ ਵੇਚਣ ਦੇ ਲਾਇਸੈਂਸ ਮਿਲੇ ਹੋਏ ਸੀ, ਦਾਰੂ ਵਰਤਾਏ ਜਾਣ ਦੇ ਲਾਇਸੈਂਸ ਅਸੀਂ ਲੈ ਲੈਂਦੇ ਸੀ, ਹੋਟਲ ਦੇ ਵਿੱਚ ਵੀ ਤੇ ਮੈਰਿਜ ਪੈਲੇਸ ਦੇ ਵਿੱਚ ਵੀ ਆਗਿਆ ਮਿਲਦੀ ਸੀ ਸਾਨੂੰ, ਅਸੀਂ ਉਸ ਆਗਿਆ ਨੂੰ ਆਧਾਰ ਬਣਾ ਕੇ ਹਾਈ ਕੋਰਟ ਦੇ ਵਿੱਚ ਜਾਂ ਕਿਸੇ ਵੀ ਅਦਾਲਤ ਦੇ ਵਿੱਚ ਜਾਣ ਦੀ ਕੋਸ਼ਿਸ਼ ਨਹੀਂ ਕਰਾਂਗੇ, ਬਲਕਿ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੀ ਸਰਕਾਰ ਸਾਡੇ ਫੇਲ ਹੋ ਰਹੇ ਬਿਜ਼ਨਸ ਨੂੰ ਬਚਾਉਣ ਦੇ ਲਈ ਖੁਦ ਕੋਈ ਵਿਕਲਪ ਤਿਆਰ ਕਰੇ। ਔਰ ਇੱਕ ਵਿਕਲਪ ਜਾਂ ਇੱਕ ਬਦਲ ਉਹਨਾਂ ਨੇ ਆਪਣੇ ਆਪ ਵੀ ਇੱਕ ਤੈਅ ਕਰ ਲਿਆ, ਕਿਉਂਕਿ ਫੈਸਲੇ ਦੇ ਵਿੱਚ ਇਹ ਕਿਹਾ ਗਿਆ ਕਿ ਨੈਸ਼ਨਲ ਹਾਈਵੇ ਜਿਹੜੇ ਹੋਣਗੇ ਉਹਨਾਂ ਦੇ ਉੱਤੋਂ ਦਾਰੂ ਦੀ ਵਿਕਰੀ ਰੋਕੀ ਜਾਏਗੀ 500 ਮੀਟਰ ਦੇ ਦਾਇਰੇ ਦੇ ਵਿੱਚ। ਦੂਜੇ ਪਾਸੇ ਜਿਹੜੇ ਰਾਜਮਾਰਗ ਹੋਣਗੇ ਉਹਨਾਂ ਤੋਂ ਰੋਕੀ ਜਾਏਗੀ। ਔਰ ਉਹਨਾਂ ਨੇ ਇੱਕ ਸੁਝਾਅ ਸਰਕਾਰ ਨੂੰ ਦੇ ਦਿੱਤਾ ਕਿ ਤੁਸੀਂ ਇੱਦਾਂ ਵੀ ਕਰ ਸਕਦੇ ਹੋ ਕਿ ਜਿਹੜੇ ਰਾਜਮਾਰਗ ਤੇ ਨੈਸ਼ਨਲ ਹਾਈਵੇ ਨੂੰ ਤਾਂ ਤੁਸੀਂ ਕਰ ਨਹੀਂ ਸਕਦੇ ਆਪਣੇ ਕੰਟਰੋਲ ਦੇ ਅਧੀਨ, ਘੱਟੋ ਘੱਟ ਜਿਹੜੇ ਰਾਜਮਾਰਗ ਨੇ ਉਹਨਾਂ ਨੂੰ ਜ਼ਿਲ੍ਹਾ ਮਾਰਗਾਂ ਦੇ ਨਾਂ ਦੇ ਉੱਤੇ ਉਹਨਾਂ ਦੇ ਨਾਮਕਰਨ ਤਬਦੀਲ ਕਰ ਦਿਓ ਤੇ ਸਾਨੂੰ ਇਸ ਗੱਲ ਦੀ ਆਗਿਆ ਦੇ ਦਿਓ। ਇਹ ਜਿਹੜੇ ਲੋਕ ਕਰ ਰਹੇ ਨੇ ਇਹਦਾ ਮਤਲਬ ਇਹੀ ਨਿਕਲਦਾ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਚੋਰ ਮੋਰੀਆਂ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਵੇਖਣ ਵਾਲੀ ਗੱਲ ਇਹੀ ਹੋਏਗੀ ਕਿ ਹੋਟਲਿੰਗ ਦੀ ਜਿਹੜੀ ਲੌਬੀ ਹੈ, ਜਿਹੜੀ ਮੈਰਿਜ ਪੈਲਸਿਸ ਦੀ ਲੌਬੀ ਹੈ, ਜਿਵੇਂ
ਪ੍ਰਾਈਵੇਟ ਸਕੂਲਾਂ ਦੀ ਲੌਬੀ ਐਜੂਕੇਸ਼ਨ ਸਿਸਟਮ ਨੂੰ ਤਬਾਹ ਕਰਦੀ ਹੈ। ਜਿਵੇਂ ਹੋਰ ਕਈਆਂ ਮਾਮਲਿਆਂ ਦੇ ਵਿੱਚ ਪ੍ਰਾਈਵੇਟ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੇ ਪਬਲਿਕ ਸੈਕਟਰ ਨੂੰ ਤਬਾਹ ਕਰਦੀਆਂ ਨੇ ਜਾਂ ਪਬਲਿਕ ਲਾਈਫ ਨੂੰ ਪ੍ਰਭਾਵਿਤ ਕਰਦੀਆਂ ਨੇ। ਕੀ ਸਰਕਾਰ ਸੱਚਮੁੱਚ ਰਾਜਮਾਰਗਾਂ ਦਾ ਨਾਮਕਰਨ ਜ਼ਿਲ੍ਹਾ ਮਾਰਗਾਂ ਦੇ ਵਿੱਚ ਕਰਕੇ ਉਹਨਾਂ ਦੀ ਇਹ ਗੱਲ ਮੰਨਦੀ ਹੈ ਕਿ ਨਹੀਂ? ਇਹ ਵੀ ਇੱਕ ਤਰ੍ਹਾਂ ਨਾਲ ਮੈਨੂੰ ਲੱਗਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲਈ ਇੱਕ ਟੈਸਟਿੰਗ ਪੁਆਇੰਟ ਬਣ ਜੂਗਾ ਜੇ ਅਸੀਂ ਪੰਜਾਬ ਦੇ ਪ੍ਰਸੰਗ ਦੇ ਵਿੱਚ ਇਸ ਮੁੱਦੇ ਨੂੰ ਵਿਚਾਰਨ ਦਾ ਯਤਨ ਕਰਾਂਗੇ। ਹਾਲਾਂਕਿ ਇਸ ਫੈਸਲੇ ਨੂੰ ਅਸੀਂ ਪੂਰੇ ਦੇਸ਼ ਦੀ ਪੱਧਰ ਦੇ ਉੱਤੇ ਵੀ ਵੇਖਣ ਦਾ ਯਤਨ ਕਰਾਂਗੇ ਕਿ ਇਹਦੇ ਕੀ ਰਿਜ਼ਲਟ ਨਿਕਲ ਕੇ ਆਉਂਦੇ ਨੇ ਪੂਰੇ ਦੇਸ਼ ਦੇ ਪੱਧਰ ਤੇ ਵੀ। ਜੇ 2014 ਦੇ ਆંકੜਿਆਂ ਤੇ ਨਿਗਾਹ ਮਾਰੀਏ ਤੇ ਨੈਸ਼ਨਲ ਹਾਈਵੇ ਤੇ ਲਗਭਗ 1,24,000 ਐਕਸੀਡੈਂਟ ਹੋਏ ਸੀ ਤੇ 1,35,000 ਇਹਨਾਂ ਐਕਸੀਡੈਂਟਾਂ ਵਿੱਚ 1,35,000 ਲੋਕ ਜ਼ਖਮੀ ਹੋਏ ਸੀ ਤੇ 46,110 ਲੋਕਾਂ ਦੀ ਮੌਤ ਹੋਈ ਸੀ। ਮੈਂ ਰਿਪੀਟ ਕਰ ਦਿੰਦਾ ਜੀ ਇਸ ਡੇਟੇ ਨੂੰ, 1,24,000 ਐਕਸੀਡੈਂਟ ਹੋਏ ਸੀ, 1,35,000 ਲੋਕ ਜ਼ਖਮੀ ਹੋਏ ਸੀ ਤੇ 46,110 ਲੋਕਾਂ ਦੀ ਮੌਤ ਹੋਈ ਸੀ ਨੈਸ਼ਨਲ ਹਾਈਵੇ ਦੇ ਵਿੱਚ, ਨੈਸ਼ਨਲ ਹਾਈਵੇ ਤੇ ਜੋ ਐਕਸੀਡੈਂਟ ਹੋਏ ਸੀ। ਥੋੜੀ ਜੀ ਸਟੇਟ ਹਾਈਵੇ ਤੇ ਜ਼ਰੂਰ ਨਿਗਾਹ ਮਾਰਾਂਗੇ। ਜੇ ਸਟੇਟ ਹਾਈਵੇ ਦੀ ਗੱਲ ਕਰੀਏ ਤੇ 1,13,000 ਐਕਸੀਡੈਂਟ ਹੋਏ ਸੀ ਤੇ 1,24,000 ਲੋਕ ਇੰਜਰਡ ਹੋਏ ਸੀ ਤੇ ਲਗਭਗ 40,000 ਦੇ ਕੋਲ ਮੌਤਾਂ ਹੋਈਆਂ ਸੀ ਇਹਨਾਂ ਐਕਸੀਡੈਂਟ ਦੇ ਵਿੱਚ। ਹੁਣ ਥੋੜੀ ਜੀ ਸੇਮ ਰਿਪੋਰਟ ਦੀ ਜੇ ਮੈਂ ਗੱਲ ਕਰ ਰਿਹਾ ਵਾਂ, ਇਹੀ ਰਿਪੋਰਟ ਆਂਦੀ ਆ ਕਿ 7,307 ਉਹ ਐਕਸੀਡੈਂਟ ਸੀ, ਲਗਭਗ ਅਸੀਂ ਕਹਿ ਸਕਦੇ ਹਾਂ 7300 7,300 ਐਕਸੀਡੈਂਟ ਸੀ ਜਿਹਦੇ ਵਿੱਚ ਡਰੰਕ ਡਰਾਈਵਿੰਗ ਇਨਵੋਲਵ ਸੀ ਤੇ 7,398 ਇੰਜਰੀਜ਼ ਹੋਈ ਸੀ ਡਰੰਕ ਡਰਾਈਵਿੰਗ ਦੇ ਕਾਰਨ ਤੇ 2,600 ਮੌਤਾਂ ਹੋ ਗਈਆਂ ਸੀ। ਮੈਂ ਫਿਰ ਤੋਂ ਦੱਸਦਾ, ਸੇਮ ਰਿਪੋਰਟ ਕਹਿ ਰਹੀ ਆ ਕਿ 7,300 ਐਕਸੀਡੈਂਟ ਉਹ ਹੋਏ ਸੀ ਜਿਹਦੇ ਵਿੱਚ ਡਰੰਕ ਡਰਾਈਵਰ ਇਨਵੋਲਵ ਸੀ, ਜਿਹਦੇ ਨਾਲ 7,400 ਇੰਜਰੀਜ਼ ਹੋਈ ਸੀ ਤੇ 2,600 ਮੌਤਾਂ ਹੋਈਆਂ ਸੀ। ਪਰ ਇਹ ਉਹ ਕੇਸਿਸ ਨੇ ਜੋ ਰਜਿਸਟਰਡ ਹੋਏ ਨੇ। ਪ੍ਰੋਬਲਮ ਵਿਦ ਇੰਡੀਆ ਇਜ਼ ਕਿ ਜੇ 7,300 ਕੇਸਿਸ ਡਰੰਕ ਡਰਾਈਵਿੰਗ ਦੇ ਰਜਿਸਟਰ ਹੋ ਰਹੇ ਆ, ਤੁਹਾਨੂੰ ਇਹ ਅੰਦਾਜ਼ਾ ਨਹੀਂ ਆ ਕਿ ਕਿੰਨੇ ਹੋਰ ਕੇਸਿਸ ਨੇ ਜਿਹਦੇ ਵਿੱਚ ਡਰੰਕ ਡਰਾਈਵਿੰਗ ਇਨਵੋਲਵ ਹੁੰਦੀ ਆ, ਕਿਉਂਕਿ ਲੋਕ ਐਕਸੀਡੈਂਟ ਹੋਣ ਤੋਂ ਬਾਅਦ ਸਪੌਟ ਤੋਂ ਭੱਜ ਜਾਂਦੇ ਨੇ ਤੇ ਪੁਲਿਸ ਉਹਨਾਂ ਨੂੰ ਜੇ 24 ਘੰਟੇ ਦੇ ਦੌਰਾਨ ਨਾ ਫੜ ਪਾਏ ਤੇ ਡਰੰਕ ਡਰਾਈਵਿੰਗ ਸਾਬਿਤ ਕਰਨਾ ਕਾਫੀ ਮੁਸ਼ਕਲ ਹੁੰਦਾ ਹੈ ਤੇ ਆਮ ਤੌਰ ਤੇ ਪੁਲਿਸ ਵੱਲੋਂ ਵੀ ਐਕਸੀਡੈਂਟ ਕੇਸਿਸ ਦੇ ਵਿੱਚ ਕਾਫੀ ਤੁਸੀਂ ਕਹਿ ਸਕਦੇ ਹੋ ਸਖਤੀ ਨਾਲ ਕੰਮ ਨਹੀਂ ਕੀਤਾ ਜਾਂਦਾ। ਉਹਦੇ ਕਾਰਨ ਡਰੰਕ ਡਰਾਈਵਿੰਗ ਦੇ ਕੇਸਿਸ ਸਾਹਮਣੇ ਆਉਣਾ ਕਾਫੀ ਘੱਟ ਮਾਤਰਾ ਵਿੱਚ ਇੰਡੀਆ ਦੇ ਵਿੱਚ ਸਾਨੂੰ ਵੇਖਣ ਨੂੰ ਮਿਲਦਾ ਹੈ। ਇੱਕ ਹੋਰ ਰਿਪੋਰਟ ਜਦੋਂ ਮੈਂ ਸ਼ੋਅ ਤਿਆਰ ਕਰ ਰਿਹਾ ਸੀ ਉਹਦੇ ਮੁਤਾਬਿਕ ਲਗਭਗ 60 ਤੋਂ 70% ਐਕਸੀਡੈਂਟ ਦੇ ਵਿੱਚ ਸ਼ਰਾਬ ਜਾਂ ਦੂਜੇ ਕੇ ਨਸ਼ੇ ਦਾ ਇਨਵੋਲਵ ਹੋਣਾ ਹੁੰਦਾ ਵਾ। ਪਰ ਹਾਂ, ਅਸੀਂ ਉਸ ਨੰਬਰ ਦੀ ਪੁਸ਼ਟੀ ਨਹੀਂ ਕਰ ਸਕਦੇ। ਇੱਕ ਪ੍ਰਾਈਵੇਟ NGO ਦੀ ਰਿਪੋਰਟ ਆ ਕਿ ਇੰਡੀਆ ਦੇ ਵਿੱਚ ਜੋ ਰੋਡ ਤੇ ਹਾਈਵੇਜ਼ ਤੇ ਐਕਸੀਡੈਂਟ ਹੁੰਦੇ ਆ 60 ਤੋਂ 70% ਐਕਸੀਡੈਂਟ ਦਾ ਕਾਰਨ ਕਿਤੇ ਨਾ ਕਿਤੇ ਸ਼ਰਾਬ ਜਾਂ ਕੋਈ ਹੋਰ ਨਸ਼ਾ ਵਾ। ਆਰਪੀ ਜੀ ਮੈਂ ਇੱਕ ਗੱਲ ਰੱਖਣੀ ਚਾਹਾਂਗਾ ਕਿ ਜਿਹੜਾ ਸੁਪਰੀਮ ਕੋਰਟ ਦਾ ਡਿਸੀਜਨ ਹੈ ਇਹ ਅਧੂਰਾ ਡਿਸੀਜਨ ਹੈ, ਇਹ ਪੂਰਾ ਡਿਸੀਜਨ ਨਹੀਂ ਹੈ। ਔਰ ਆਪਾਂ ਇਸ ਇਸ਼ੂ ਨੂੰ ਅਗਰ ਡਰੰਕਨ ਡਰਾਈਵਿੰਗ ਦੇ ਨਾਲ ਲਿੰਕ ਕਰ ਰਹੇ ਹਾਂ ਤਾਂ ਕਿਤੇ ਨਾ ਕਿਤੇ ਆਪਾਂ ਵੀ ਸ਼ਾਇਦ ਥੋੜਾ ਜਿਹਾ ਦਿਸ਼ਾਹੀਣ ਹੋ ਰਹੇ ਆ, ਕਿਉਂਕਿ ਸੁਪਰੀਮ ਕੋਰਟ ਦਾ ਜਿਹੜਾ ਪਾਰਟਿਕੂਲਰ ਡਿਸੀਜਨ ਹੈ ਉਹ ਡਰੰਕਨ ਡਰਾਈਵਰ ਕਰਕੇ ਨਹੀਂ ਹੈ, ਉਹਦੇ ਰੀਜ਼ਨਸ ਹੋਰ ਵੀ ਹੈਗੇ ਨੇ, ਇਹਦੇ ਬੜੇ ਸਾਰੇ ਸੋਸ਼ਲ ਕਾਜ਼ ਵੀ ਹੈਗੇ ਨੇ। ਕਿਉਂਕਿ ਜਦੋਂ ਹਾਈਵੇ ਦੇ ਉੱਪਰੋਂ ਕੋਈ ਵਹੀਕਲ ਨਿਕਲਦਾ ਤਾਂ ਉਹਦੇ ਚ ਪਰਿਵਾਰ ਬੈਠਾ ਹੁੰਦਾ, ਉਹਦੇ ਚ ਬੱਚੇ ਬੈਠੇ ਹੁੰਦੇ, ਬੱਚਿਆਂ ਦੇ ਉੱਪਰ ਵੀ ਇੱਕ ਬੁਰਾ ਅਸਰ ਪੈਂਦਾ। ਔਰ ਉਸ ਤੋਂ ਇਲਾਵਾ ਇੱਕ ਜਿਹੜੀ ਕੱਲ ਪਰਸੋਂ ਦੇ ਵਿੱਚ ਇੱਕ ਰਿਪੋਰਟਸ ਮੈਂ ਦੇਖ ਰਿਹਾ ਸੀ ਕਿ ਸੁਪਰੀਮ ਕੋਰਟ ਦਾ ਡਿਸੀਜਨ ਹੈ ਕਿ ਹਾਈ ਕੋਰਟ ਦੇ 500 ਮੀਟਰ ਦੇ ਵਿੱਚ ਠੇਕੇ ਨਹੀਂ ਖੁੱਲਣਗੇ। ਯੂਪੀ ਔਰ ਮੱਧ ਪ੍ਰਦੇਸ਼ ਦੇ ਵਿੱਚ ਹਾਲਾਤ ਇਹ ਹੋ ਗਏ ਕਿ ਸ਼ਰਾਬ ਦੇ ਜਿਹੜੇ ਠੇਕੇਦਾਰ ਨੇ ਉਹਨਾਂ ਨੇ ਰਿਹਾਇਸ਼ੀ ਇਲਾਕਿਆਂ 'ਚ ਜਾ ਕੇ ਠੇਕੇ ਖੋਲ੍ਹਣੇ ਸ਼ੁਰੂ ਹੋ ਗਏ, ਉਹ ਇੱਕ ਨਵੀਂ ਪ੍ਰੋਬਲਮ ਕ੍ਰੀਏਟ ਹੋ ਗਈ ਹੈ। ਸੋ ਸੁਪਰੀਮ ਕੋਰਟ ਦਾ ਜਿਹੜਾ ਡਿਸੀਜਨ ਹੈ ਮੈਂ ਇਹਨੂੰ ਅਧੂਰਾ ਮੰਨਦਾ ਕਿ ਉਹਨਾਂ ਨੇ ਇਹ ਤਾਂ ਕਹਿ ਦਿੱਤਾ ਕਿ ਹਾਈਵੇ ਤੋਂ ਪਰੇ ਕਰ ਲਓ, ਪਰ ਇਹ ਨਹੀਂ ਡਿਫਾਈਨ ਕੀਤਾ ਕਿ ਕਿੱਥੇ ਜਾ ਕੇ ਕਰ ਲਓ। ਉਸ ਤੋਂ ਇਲਾਵਾ ਜਿਹੜੀ ਹੋਟਲ ਇੰਡਸਟਰੀ ਜਾਂ ਸਰਵਿਸ ਇੰਡਸਟਰੀ ਦੀ ਗੱਲ ਆਪਾਂ ਕਰ ਰਹੇ ਹਾਂ ਕਿ ਉਹਨਾਂ ਲੋਕਾਂ ਦੇ ਰੁਜ਼ਗਾਰ ਤੇ ਬੁਰਾ ਅਸਰ ਪੈ ਰਿਹਾ, ਨੋ ਡਾਊਟ ਉਹਨਾਂ ਦੇ ਰੁਜ਼ਗਾਰ ਤੇ ਬੁਰਾ ਅਸਰ ਪੈ ਰਿਹਾ ਔਰ ਉਹਨਾਂ ਨੂੰ ਇਹਦੇ ਕੋਈ ਸਬਸਟੀਟਿਊਟ ਲੱਭਣੇ ਵੀ ਚਾਹੀਦੇ ਨੇ। ਪਰ ਸਿਰਫ ਇਸ ਕਰਕੇ ਕੁਝ ਲੱਖ ਲੋਕਾਂ ਦੀ ਜਾਂ ਕੁਝ ਹਜ਼ਾਰ ਲੋਕਾਂ ਦੇ ਰੁਜ਼ਗਾਰ ਤੇ ਉੱਪਰ ਅਸਰ ਪੈ ਰਿਹਾ ਤਾਂ ਅਸੀਂ ਲੱਖਾਂ ਲੋਕਾਂ ਨਾਲ ਜਾਂ ਕਰੋੜਾਂ ਲੋਕਾਂ ਨਾਲ ਜਿਹੜੀ ਸੁਸਾਇਟੀ ਹੈ ਉਹਦੇ ਨਾਲ ਖਿਲਵਾੜ ਨਹੀਂ ਕਰ ਸਕਦੇ ਹੈਗੇ। ਇਸ ਤਰ੍ਹਾਂ ਦਾ ਕੱਲ ਨੂੰ ਨਸ਼ਾ ਵੇਚਣ ਵਾਲੇ ਵੀ ਕਹਿਣਾ ਸ਼ੁਰੂ ਕਰ ਦੇਣਗੇ ਕਿ ਸਾਡੇ ਕੰਮਕਾਜ ਦੇ ਅਸਰ ਪੈ ਰਿਹਾ ਤਾਂ ਸਰਕਾਰ ਇਹਦੇ ਚ ਇੰਟਰਫੇਅਰ ਨਾ ਕਰੇ, ਕੋਰਟ ਇਹਦੇ ਚ ਇੰਟਰਫੇਅਰ ਨਾ ਕਰੇ।
ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਨੂੰ ਆਪਣੇ ਲੋਕਾਂ ਨੂੰ ਆਪਣੀ ਸਮਝ ਨਾਲ ਚੱਲਣਾ ਪਏਗਾ ਕਿ ਇਹ ਸੁਪਰੀਮ ਕੋਰਟ ਨੇ ਜਿਹੜਾ ਡਿਸੀਜਨ ਦਿੱਤਾ ਉਹਦਾ ਬੈਸਟ ਅਲਟਰਨੇਟ ਸਬਸਟੀਟਿਊਟ ਕੀ ਹੋ ਸਕਦਾ, ਬਜਾਏ ਇਸ ਗੱਲ ਦੇ ਕਿ ਅਸੀਂ ਸੁਪਰੀਮ ਕੋਰਟ ਦੀ ਨਿੰਦਾ ਕਰਨੀ ਸ਼ੁਰੂ ਕਰ ਦਈਏ ਜਾਂ ਅਸੀਂ ਹੋਰ ਚੀਜ਼ਾਂ ਵਾਲੇ ਪਾਸੇ ਜਾਣਾ ਸ਼ੁਰੂ ਕਰ ਦਈਏ। ਜੀ ਅਜੀਤ ਜੀ। ਹਰਪ੍ਰੀਤ ਜੀ, ਜਿਵੇਂ ਇਹਨਾਂ ਨੇ ਕਿਹਾ ਕਿ ਅਧੂਰਾ ਡਿਸੀਜਨ ਹੈ, ਅਧੂਰਾ ਡਿਸੀਜਨ ਵੀ ਹੈਗਾ ਔਰ ਉਹਨੂੰ ਪੂਰਾ ਜਿਹੜਾ ਹੈਗਾ ਵਿਸਥਾਰ ਦੇ ਨਾਲ ਜਿਹੜਾ ਹੈਗਾ ਲਾਗੂ ਕਰਨ ਦੇ ਆਦੇਸ਼ ਦੇਣੇ ਚਾਹੀਦੇ ਸੀ, ਕਿਉਂਕਿ ਅਸਲ ਮੁੱਦਾ ਤਾਂ ਸੇਫ ਡਰਾਈਵਿੰਗ ਕੰਡੀਸ਼ਨਸ ਕ੍ਰੀਏਟ ਕਰਨਾ ਹੈ। ਤਾਂ ਜੇ ਤੁਸੀਂ ਉਹ ਕਰਨੀ ਹੈ ਤਾਂ ਜਿਵੇਂ ਤੁਸੀਂ ਦੱਸਿਆ ਕਿ 73 ਸਾਲ ਜਿਹੜੇ ਹੈਗੇ ਉਹ ਡਰੰਕ ਡਰਾਈਵਿੰਗ ਕਰਕੇ ਹੋਏ ਨੇ, ਪਰ ਕਿੰਨੇ ਵੱਧ ਹੋਣਗੇ ਜਿਹੜੇ ਠੀਕ ਹੈ ਰਜਿਸਟਰਡ ਨਹੀਂ ਹੋਏ ਹੋਣੇ, ਇਸ ਤੋਂ 2 ਗੁਣਾ 3 ਗੁਣਾ ਇਹੋ ਜਿਹੇ ਹੋ ਸਕਦੇ ਨੇ ਜਿਹੜੇ ਡਰੰਕ ਕਰਕੇ ਡਰਾਈਵਿੰਗ ਕਰਕੇ ਹੋਏ ਨੇ ਪਰ ਉਹ ਰਜਿਸਟਰਡ ਨਹੀਂ ਹੋਏ। ਪਰ ਇਸ ਤੋਂ ਬਿਨਾਂ ਵੀ ਜਿਹੜੇ ਬਾਕੀ ਨਸ਼ੇ ਨੇ, ਖਾਸ ਕਰਕੇ ਅਫੀਮ ਭੁੱਕੀ ਦਾ ਨਸ਼ਾ ਆਮ ਜਿਹੜਾ ਹੈਗਾ ਕਮਰਸ਼ੀਅਲ ਡਰਾਈਵਰਸ ਦੇ ਵਿੱਚ ਉੱਥੇ ਪ੍ਰਚਲਿਤ ਹੈ, ਉਹ ਨਸ਼ੇ ਵੀ ਜਿਹੜੇ ਹੈਗੇ ਉਹ ਇਸ ਤਰ੍ਹਾਂ ਦੀ ਹਾਲਤ ਕ੍ਰੀਏਟ ਕਰ ਸਕਦੇ ਨੇ ਕਿ ਕਈ ਵਾਰੀ ਉਹ ਕੀ ਹੁੰਦਾ ਹੈ ਕਿ ਡਰਾਈਵਿੰਗ ਦੇ ਵਿੱਚ ਜਿਹੜੇ ਕਮਰਸ਼ੀਅਲ ਡਰਾਈਵਰ ਨੇ ਖਾਸ ਕਰਕੇ ਉਹ ਆਪਣੀ ਜਿੰਨੀ ਡਰਾਈਵਿੰਗ ਆਵਰਸ ਹੁੰਦੇ ਨੇ ਉਹ ਤੋਂ ਵੱਧ ਡਰਾਈਵਿੰਗ ਕਰਨ ਦੀ ਕੋਸ਼ਿਸ਼ ਕਰਦੇ ਨੇ। ਉਹ ਵੀ ਇੱਕ ਕਾਰਨ ਹੈ ਕਿ ਜਦੋਂ ਤੁਸੀਂ ਜ਼ਿਆਦਾ ਐਗਜ਼ਰਸ਼ਨ ਹੋ ਜਾਂਦੀ ਹੈ, ਤੁਸੀਂ ਆਪਣੇ ਸਰੀਰ ਦੇ ਉੱਤੇ ਜਦੋਂ ਕੰਟਰੋਲ ਤੁਹਾਡਾ ਘੱਟ ਹੋ ਰਿਹਾ ਤਾਂ ਤੁਹਾਡਾ ਵਹੀਕਲ ਤੇ ਵੀ ਕੰਟਰੋਲ ਘੱਟ ਹੋ ਜਾਏਗਾ। ਸੋ ਅਸਲ ਇਹ ਚੀਜ਼ਾਂ ਹੋਣੀਆਂ ਤਾਂ ਚਾਹੀਦੀਆਂ ਨੇ ਸੇਫ ਡਰਾਈਵਿੰਗ ਕੰਡੀਸ਼ਨਸ ਵਾਸਤੇ। ਕੱਲਾ ਲਿਊਕਰ ਜਿਹੜਾ ਹੈਗਾ ਇਹ ਉਹਦਾ ਇੱਕ ਹਿੱਸਾ ਹੋ ਸਕਦਾ ਹੈ, ਨਾ ਹੀ ਮੈਂ ਉਸ ਨੂੰ ਬਿਲਕੁਲ ਇਹ ਕਹਾਂਗਾ ਕਿ ਉਹ ਡਿਸੀਜਨ ਗਲਤ ਹੈ, ਪਰ ਬਾਕੀ ਜਿਹੜੀਆਂ ਕੰਡੀਸ਼ਨਸ ਤੋਂ ਬਿਨਾਂ ਤੁਸੀਂ ਸਿਰਫ ਲਿਕਵਰ ਦੇ ਉੱਤੇ ਹੀ ਕਨਸੈਂਟਰੇਟ ਕਰਕੇ ਮੈਨੂੰ ਨਹੀਂ ਲੱਗਦਾ ਕਿ ਬਹੁਤੀਆਂ ਚੰਗੀਆਂ ਡਰਾਈਵਿੰਗ ਜਿਹੜੇ ਕੰਡੀਸ਼ਨਸ ਕ੍ਰੀਏਟ ਕਰ ਸਕਦੇ ਨੇ। ਅੱਜ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਜਿਹੜੇ ਦੂਸਰੇ ਨਸ਼ੇ ਨੇ ਓਪੀਐਮ ਰਿਲੇਟਡ ਅਫੀਮ ਹੈ, ਭੁੱਕੀ ਹੈ, ਉਹ ਡਰਾਈਵਰਾਂ ਨੂੰ ਢਾਬਿਆਂ ਵਾਲੇ ਜਿਹੜੇ ਹੈਗੇ ਕਮਰਸ਼ੀਅਲ ਡਰਾਈਵਰਾਂ ਨੂੰ ਸਪਲਾਈ ਕਰਦੇ ਨੇ। ਉਹਨਾਂ ਨੂੰ ਪਤਾ ਹੁੰਦਾ ਕਿਹੜੇ ਢਾਬੇ ਤੇ ਰੁਕਣਾ, ਉੱਥੇ ਉਹਨਾਂ ਨੂੰ ਚੀਜ਼ਾਂ ਮਿਲ ਸਕਦੀਆਂ ਨੇ। ਇਹ ਖਦਸ਼ਾ ਤੇ ਨਾਲ ਬਣਿਆ ਰਹੂਗਾ ਕਿ ਜੇ 1 ਕਿਲੋਮੀਟਰ ਦੀ ਬਜਾਏ 500 ਮੀਟਰ ਦੀ ਬਜਾਏ 1 ਕਿਲੋਮੀਟਰ ਵੀ ਹੋਵੇ ਤਾਂ 5 ਮਿੰਟਾਂ ਦੇ ਵਿੱਚ ਜਿਹੜਾ ਹੈਗਾ 2 ਵੀਲਰ ਤੇ ਆ ਕੇ ਉੱਥੇ ਬੰਦਾ ਨਸ਼ਾ ਸਪਲਾਈ ਕਰ ਸਕਦਾ ਢਾਬੇ ਦੇ ਉੱਤੇ। ਤਾਂ ਕਿਉਂ ਨਹੀਂ ਇਹੋ ਜਿਹੀਆਂ ਕੰਡੀਸ਼ਨਸ ਹੋ ਜਾਣਗੀਆਂ ਕ੍ਰੀਏਟ ਕਿ ਉਹ ਠੇਕਾ 1 ਕਿਲੋਮੀਟਰ ਤੇ ਆ ਪਰ ਸਪਲਾਈ ਸੜਕ ਤੇ ਹੋਈ ਜਾ ਰਹੀ ਆ। ਔਰ ਇਹਦੇ ਨਾਲ ਇਸ ਪੱਖ ਕੀ ਹੋਏਗਾ ਕਿ ਪੁਲਿਸ ਦਾ ਹਫਤਾ ਜ਼ਰੂਰ ਵੱਧ ਜਾਏਗਾ, ਠੀਕ ਹੈ, ਉਹਨਾਂ ਨੂੰ ਜ਼ਿਆਦਾ ਥਾਂ ਤੇ ਜਿਹੜਾ ਹਫਤਾ ਜਿਹੜਾ ਹੈਗਾ ਉਹ ਵਸੂਲਣ ਦੇ ਜਿਹੜਾ ਹੈਗਾ ਮੌਕੇ ਮਿਲ ਜਾਣਗੇ। ਕਰਪਸ਼ਨ ਜਿਹੜੀ ਹੈਗੀ ਉਹ ਵੱਧ ਸਕਦੀ ਹੈ। ਮੇਰੇ ਕਹਿਣ ਦਾ ਮਤਲਬ ਹੈ ਕਿ ਸੇਫ ਡਰਾਈਵਿੰਗ ਕੰਡੀਸ਼ਨਸ ਦੇ ਵਿੱਚ ਲੋਕਾਂ ਨੂੰ ਇਸ ਚੀਜ਼ ਬਾਰੇ ਜਾਣਕਾਰੀ ਦੇਣਾ ਔਰ ਜਿਹੜੀ ਐਡਮਿਨਿਸਟ੍ਰੇਟਰ ਪੱਧਰ ਤੇ ਕਾਨੂੰਨ ਨੂੰ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਉਹਨਾਂ ਨੂੰ ਜ਼ਿਆਦਾ ਸਤਰਕ ਤੇ ਪਾਰਦਰਸ਼ੀ ਉਹਨਾਂ ਦਾ ਕੰਮ ਨੂੰ ਬਣਾਉਣਾ ਔਰ ਇਹਦੇ ਨਾਲ ਜਿਹੜਾ ਹੈਗਾ ਲੋਕਾਂ ਦੇ ਵਿੱਚ ਇਹ ਚੀਜ਼ ਕ੍ਰੀਏਟ ਕਰਨੀ ਕਿ ਡਰਾਈਵਿੰਗ ਜਿਹੜੀ ਹੈਗੀ ਇਹ ਗਲਤ ਹੈ। ਹਾਲਾਂਕਿ ਇਹਦੇ ਬਾਰੇ ਕਿਹਾ ਜਾ ਸਕਦਾ ਹੈ ਕਿ ਲੋਕਾਂ ਨੂੰ ਤਾਂ ਪਹਿਲਾਂ ਵੀ ਪਤਾ ਹੈ ਕਿ ਇਹ ਜਿਹੜੀ ਡਰਿੰਕ ਡਰਾਈਵਿੰਗ ਹੈ ਜਿਹੜੀ ਉਹ ਖਤਰਨਾਕ ਆ, ਫਿਰ ਲੋਕ ਫੇਰ ਕਰੀ ਜਾ ਰਹੇ ਨੇ। ਪਰ ਉਸ ਚੀਜ਼ ਦਾ ਜਵਾਬ ਸਿਰਫ 500 ਮੀਟਰ ਪਿੱਛੇ ਕਰ ਦੇਣਾ ਨਹੀਂ ਹੈਗਾ। ਕੋਈ ਬੰਦਾ ਇਹ ਵੀ ਹੋ ਸਕਦਾ ਕਿ ਘਰੋਂ ਸ਼ਰਾਬ ਪੀ ਕੇ ਜਾਏ, ਉਹ ਸ਼ਾਮ ਨੂੰ ਡਰਾਈਵ ਕਰਨ ਚਲੇ ਜਾਏ। ਕਿਸੇ ਨੇ ਦਿੱਲੀ ਤੋਂ ਚੰਡੀਗੜ੍ਹ ਤੋਂ ਦਿੱਲੀ ਜਾਣਾ, ਕਈ ਲੋਕ ਰਾਤ ਨੂੰ ਸਫ਼ਰ ਕਰਦੇ ਨੇ ਕਿ ਸੜਕ ਖਾਲੀ ਹੁੰਦੀ ਆ, ਉਹ ਖਾ ਪੀ ਕੇ ਸੜਕ ਤੇ ਜਾਏ, ਉਹਨੂੰ ਕੀ ਕਰਾਂਗੇ? ਉਹਦੇ ਨਾਲ ਬਿਲਕੁਲ ਇਹ ਜ਼ਰੂਰੀ ਹੈ ਕਿ ਉੱਥੇ ਉਹਨਾਂ ਦੀ ਜਿਹੜੀ ਚੈੱਕ ਹੈ ਉਹਦਾ ਚਾਹੇ ਚਲਾਨ ਜਿਹੜਾ ਹੈਗਾ ਉਹ ਨਹੀਂ ਇਫੈਕਟਿਵ ਰਿਹਾ ਹੈਗਾ, ਪਰ ਜਿਹੜੇ ਜਿਸ ਤਰ੍ਹਾਂ ਕਈ ਹੋਰ ਮੁਲਕਾਂ 'ਚ ਹੈ ਕਿ ਉਹਦਾ ਜਿਹੜਾ ਹੈਗਾ ਲਾਇਸੈਂਸ ਇੰਪੇਅਰਡ ਹੋ ਜਾਂਦਾ ਹੈ। ਜੇ ਉਹ ਦੂਜੀ ਵਾਰੀ ਮਿਲਦਾ ਤਾਂ ਉਹਦਾ ਲਾਇਸੈਂਸ ਜਿਹੜਾ ਹੈਗਾ ਉਹ ਚੀਜ਼ ਜਿਹੜੀ ਹੈਗੀ ਉਹਨੂੰ ਕੈਂਸਲ ਕਰ ਦਿੱਤਾ ਜਾਂਦਾ ਹੈ। ਉਹ ਚੀਜ਼ਾਂ ਡੈਫੀਨੇਟਲੀ ਇਫੈਕਟਿਵ ਹੋ ਸਕਦੀਆਂ ਨੇ, ਪਰ ਬਾਹਰ ਉੱਥੇ ਪੈਂਦੀ ਹੈ ਜਿਹੜੀ ਇਸ ਜਿਹੜਾ ਪ੍ਰਬੰਧ ਸੁਪਰੀਮ ਕੋਰਟ ਦੇ ਆਰਡਰ ਨਾਲ ਹੋ ਰਿਹਾ ਹੈ ਉਹਦੇ ਵਿੱਚ ਵੀ ਉਹ ਚੀਜ਼ ਜਿਹੜੀ ਹੈਗੀ ਉਹ ਖੁਨਾਮੀ ਕ੍ਰੀਏਟ ਕਰ ਸਕਦੀ ਹੈ ਕਿ ਲਾਅ ਇਨਫੋਰਸਮੈਂਟ ਏਜੰਸੀਜ਼ ਜਿਹੜੀਆਂ ਹੈਗੀਆਂ ਉਹ ਕੁਝ ਪੈਸਿਆਂ ਦੇ ਬਦਲੇ ਉਹ ਲੋਕਾਂ ਨੂੰ ਲਾਅ ਤੋੜ ਕੇ ਕਾਨੂੰਨ ਤੋੜ ਕੇ ਅੱਗੇ ਵੱਧ ਜਾਣ ਦੀ ਇਜਾਜ਼ਤ ਦੇ ਦਿੰਦੀਆਂ ਨੇ। ਸੋ ਜੇ ਉਸ ਚੀਜ਼ ਨੂੰ ਨੱਥ ਪਾ ਕੇ ਉਸ ਸਿਸਟਮ ਨੂੰ ਫੂਲ ਪ੍ਰੂਫ ਬਣਾਇਆ ਜਾਵੇ ਔਰ ਕੱਲਾ ਚਲਾਨ ਨਹੀਂ,
ਉਹਨੂੰ ਲਾਇਸੈਂਸ ਜਿਹੜਾ ਹੈਗਾ ਉਹ ਰੱਦ ਕਰਨ ਦੀ ਗੱਲ ਕੀਤੀ ਜਾਵੇ, ਜਾਂ ਕਮਰਸ਼ੀਅਲ ਬੰਦਾ ਉਹਨੂੰ ਇਹਨੇ ਸਾਲ 6 ਮਹੀਨੇ ਵਾਸਤੇ ਉਹਦਾ ਲਾਇਸੈਂਸ ਰੱਦ ਕੀਤਾ ਜਾਵੇ। ਮੇਰਾ ਖਿਆਲ ਹੈ ਡੈਫੀਨੇਟਲੀ ਉਹ ਇਫੈਕਟਿਵ ਹੋ ਸਕਦਾ ਹੈ। ਜਿਹੜਾ ਕੱਲਾ ਜਿਹੜਾ ਇਹ ਆਰਡਰ ਪਾਸ ਕਰ ਦੇਣਾ ਕਿ ਪਿੱਛੇ ਲੈ ਜਾਓ, ਤਾਂ ਹੜਬੜੀ ਦੇ ਵਿੱਚ ਕੋਈ ਲੋਕ ਲਿਵਿੰਗ ਜਿਹੜੇ ਏਰੀਆ ਹੈ ਉਹਨਾਂ ਦੇ ਵਿੱਚ ਬਣਾ ਲੈਣਗੇ, ਕੁਝ ਛੋਟੀ ਰੋਡ ਤੇ ਬਣਾ ਲੈਣਗੇ। ਉਹ ਆਪਣੇ ਆਪ ਦੇ ਵਿੱਚ ਘਾਤਕ ਹੋ ਸਕਦਾ ਜੇ ਇੱਕ ਐਲਪੀ ਟਰੱਕ ਜਿਹੜਾ ਹੈਗਾ ਲੱਦਿਆ ਹੋਇਆ ਤੇ ਡਰਾਈਵਰ ਸ਼ਰਾਬ ਤੋਂ ਬਿਨਾਂ ਨਹੀਂ ਰਹਿ ਸਕਦਾ, ਉਹ ਛੋਟੀ ਰੋਡ ਤੇ ਪਾ ਕੇ ਲੈ ਕੇ ਜਾਂਦਾ, ਉੱਥੇ ਉਹਦਾ ਉਸ ਹਾਲਤ ਦੇ ਵਿੱਚ ਐਕਸੀਡੈਂਟ ਹੋ ਜਾਣ ਦਾ, ਛੋਟੀ ਰੋਡ ਦੇ ਉੱਤੇ ਕਿਸੇ ਦੂਜੇ ਵਹੀਕਲ ਨਾਲ ਟਕਰਾ ਜਾਣਾ, ਇਹਨਾਂ ਚੀਜ਼ਾਂ ਦੀ ਸੰਭਾਵਨਾ ਵੱਧ ਜਾਂਦੀ ਹੈ। ਗੱਲ ਤਾਂ ਇਹ ਹੈ ਕਿ ਜਿਹੜੇ ਡਰਾਈਵਰ ਆ ਉਹ ਸ਼ਰਾਬ ਪੀਣ ਤੋਂ ਡਰਾਈਵ ਕਰਨ ਵੇਲੇ ਉਹਨੂੰ ਪਤਾ ਹੋਵੇ ਕਿ ਜੇ ਮੈਂ ਪਹਿਲੀ ਗੱਲ ਹੋਵੇ ਉਹਨੂੰ ਪਤਾ ਹੋਵੇ ਕਿ ਨਹੀਂ ਕਰਨਾ ਚਾਹੀਦਾ, ਔਰ ਉਸ ਤੋਂ ਬਾਅਦ ਉਹਨੂੰ ਪਤਾ ਹੋ ਕਿ ਜੇ ਮੈਂ ਕਾਨੂੰਨ ਤੋੜਾਂਗਾ ਤਦ ਮੈਨੂੰ ਇਹੋ ਜਿਹੀ ਸੱਟ ਵੱਜੇਗੀ ਜਿਹੜੀ ਮੇਰੇ ਰੁਜ਼ਗਾਰ ਦੇ ਉੱਤੇ ਜਾਂ ਮੇਰੇ ਜਿਹੜਾ ਹੈਗਾ ਬਾਕੀ ਐਕਟੀਵਿਟੀ ਡਰਾਈਵਿੰਗ ਦੀ ਉਹਦੇ ਤੇ ਅਸਰ ਪਾਊਗੀ, ਫਿਰ ਉਹ ਚੀਜ਼ ਇਫੈਕਟਿਵ ਹੋ ਸਕਦੀ ਹੈ। ਔਰ ਇੱਕਦਮ ਜਿਹੜਾ ਇਹ ਕਰਨਾ, ਦੇਖੋ ਇਸ ਚੀਜ਼ ਨੂੰ ਸਰਕਮਵੈਂਟ ਕਰਦੀਆਂ ਜਦੋਂ ਇੱਥੇ ਤੱਕ ਖਬਰਾਂ ਆ ਰਹੀਆਂ ਨੇ ਕਿ ਸਟੇਟਸ ਸੋਚ ਰਹੀਆਂ ਨੇ ਕਿ ਅਸੀਂ ਉਹਨਾਂ ਨੂੰ ਡੀਨੋਟੀਫਾਈ ਕਰਕੇ ਰੋਡਸ ਨੂੰ, ਹੋਰ ਰੋਡਸ ਨੂੰ ਹੈਗੀਆਂ ਹਾਈਵੇ ਡਿਕਲੇਅਰ ਕਰ ਦਈਏ, ਡਿਸਟ੍ਰਿਕਟ ਰੋਡਸ ਡਿਕਲੇਅਰ ਕਰ ਦਈਏ, ਤਾਂ ਉੱਥੇ ਪਤਾ ਇੱਕ ਸਾਡੇ ਸਮਾਜ ਦੀ ਮਾਨਸਿਕਤਾ ਨੂੰ ਵੀ ਉਹ ਰਿਫਲੈਕਟ ਕਰਦੀ ਹੈ ਚੀਜ਼ ਕਿ ਅਸੀਂ ਜੇ ਸਰਕਾਰੀ ਪੱਧਰ ਤੇ ਕਾਨੂੰਨ ਨੂੰ ਸਰਕਮਵੈਂਟ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਫਿਰ ਲਾਅ ਐਨਫੋਰਸਮੈਂਟ ਏਜੰਸੀਆਂ ਤੋਂ ਕੀ ਐਕਸਪੈਕਟ ਕਰ ਸਕਦੇ ਨੇ ਅਸੀਂ ਕਿ ਅਸੀਂ ਇਸ ਕਾਨੂੰਨ ਨੂੰ ਲਾਗੂ ਕਰਾਂਗੇ। ਸੋ ਇਹਨੂੰ ਵੀ ਸਰਕਮਵੈਂਟ ਕਰਨ ਦੇ ਤਰੀਕੇ ਕੱਢ ਲਏ ਜਾਣਗੇ ਜੀ। ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਜੋ ਮਨਪ੍ਰੀਤ ਸਿੰਘ ਬਾਦਲ ਦੀ ਇੱਕ ਇੰਟਰਵਿਊ ਤੁਹਾਡੇ ਵਾਸਤੇ ਚਲਾਈ ਸੀ, ਉਹਦੇ ਵਿੱਚ ਬਾਦਲ ਸਾਹਿਬ ਵੀ, ਮਨਪ੍ਰੀਤ ਸਾਹਿਬ ਵੀ ਇਹ ਕਹਿ ਰਹੇ ਸੀ ਕਿ ਅਸੀਂ ਲੂਪ ਹੋਲ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ, ਸੁਪਰੀਮ ਕੋਰਟ ਦਾ ਦਰਵਾਜ਼ਾ ਵੀ ਖਟਕਾਵਾਂਗੇ ਇੱਕ ਵਾਰ ਫਿਰ ਤੋਂ, ਖਾਸ ਕਰਕੇ ਹੋਟਲਸ ਜਾਂ ਫਿਰ ਮੈਰਿਜ ਪਲੇਸਿਸ ਜਾਂ ਫਿਰ ਰੈਸਟੋਰੈਂਟ ਵਾਸਤੇ ਜੋ ਕਿ ਇੱਕ ਐਸਟੈਬਲਿਸ਼ਡ ਬਿਜ਼ਨਸ ਨੇ ਤੇ ਲੱਖਾਂ ਕਰੋੜਾਂ ਦੀ ਇਨਵੈਸਟਮੈਂਟ ਕੀਤੀ ਗਈ ਆ, ਤੇ ਜੇ ਸੁਪਰੀਮ ਕੋਰਟ ਤੋਂ ਕੋਈ ਰਿਆਇਤ ਮਿਲੀ ਤੇ ਠੀਕ ਆ, ਅਦਰਵਾਈਜ਼ ਵੀ ਹੈਵ ਟੂ ਫੋਲੋ ਸੁਪਰੀਮ ਕੋਰਟਸ ਰੂਲ। ਕੱਲ ਜੇ ਮੈਂ ਗੱਲ ਕਰਾਂ ਪੰਜਾਬ, ਹਰਿਆਣਾ ਜਾਂ ਦੂਜੇ ਜਿੰਨੇ ਵੀ ਸਟੇਟਸ ਨੇ, ਉੱਥੇ ਲਗਭਗ ਵੱਡੀ ਮਾਤਰਾ ਦੇ ਵਿੱਚ ਲਿਕਰ ਸਟੋਰਸ ਜਾਂ ਕਲੋਜ਼ ਬੰਦ ਮਿਲੇ। ਕਿਤੇ ਨਾ ਕਿਤੇ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਹੀ ਇਹ ਰਿਫਲੈਕਸ਼ਨ ਤੁਸੀਂ ਕਹਿ ਸਕਦੇ ਹੋ ਸਾਨੂੰ ਵੇਖਣ ਨੂੰ ਰੀਅਲ ਲਾਈਫ 'ਚ ਮਿਲੀ। ਕੁਝ ਵੀਡੀਓ ਫੁਟੇਜ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨਾ ਚਾਹੂੰਗਾ। ਨਾਲ ਹੀ ਕਾਫੀ ਵੱਡੀ ਮਾਤਰਾ ਵਿੱਚ ਪ੍ਰੋਟੈਸਟ ਵੀ ਹੋਏ, ਖਾਸ ਕਰਕੇ ਉਹ ਲੋਕ ਜੋ ਇਸ ਇੰਡਸਟਰੀ ਦੇ ਨਾਲ ਜੁੜੇ ਹੋਏ ਸੀ, ਕਿਤੇ ਨਾ ਕਿਤੇ ਉਹਨਾਂ ਦੀ ਰੋਜ਼ਗਾਰ ਵੀ ਇਹਨਾਂ ਲਿਕਰ ਵੈਂਟਸ ਦੇ ਬੰਦ ਹੋਣ ਨਾਲ ਜਾਂ ਇਸ ਲਾਅ ਦੇ ਇੰਪਲੀਮੈਂਟ ਹੋਣ ਨਾਲ ਉਹਨਾਂ ਨੇ ਆਪਣੀ ਰੋਜ਼ਗਾਰ ਵੀ ਗਵਾਈ ਆ। ਅਸੀਂ ਇੱਥੇ ਵੀਡੀਓ ਵਿਖਾਉਂਦੇ ਆ, ਉਸ ਤੋਂ ਬਾਅਦ ਗੱਲਬਾਤ ਜਾਰੀ ਰੱਖਾਂਗੇ। देश के अंदर सुप्रीम कोर्ट का ऑर्डर आया है, इस ऑर्डर को आप किस तरह देखते हैं? क्योंकि जिस तरह से 500 मीटर के अंदर जितने भी नेशनल हाईवे या स्टेट हाईवे के ऊपर पब, बार, रेस्टोरेंट्स बंद हो गए। एक्चुअली ये जो पिटीशन डाली गई थी, ये इसका मतलब गलत निकाला गया। जो हमारे हिसाब से जो हम सोच रहे हैं, मिस्टर अहमद सिद्धू ने भी कहा कि जो शराब के ठेके थे हाईवेज के ऊपर, जो 70 रुपये की बोतल, ये गवर्नमेंट्स अपने कंपटीशन में 4 से ठेके खोल देते थे बॉर्डर्स पे, 70 रुपये, 80 रुपये, 100 रुपये की बोतल, वो कोई ट्रॉली वाले ड्राइवर पी रहे हैं, कोई टैक्सी वाले पी रहे हैं, कोई ट्रक वाले पी रहे हैं। ये बेसिकली उनके लिए था कि वो पी के चलाते हैं। तो उन चीज़ों को बंद करने के लिए कि ठेके बंद हों, ऑर्डर्स में ये आ गया सेल ऑफ लिकर वर्ड। तो सेल ऑफ लिकर का मतलब लेते लेते ये बात बिगड़ के आज यहाँ तक पहुँची है। एक्चुअली जो शहर के अंदर है उसमें आप ये बोलो जी 15 सेक्टर में नहीं बेच सकते आप 18 सेक्टर में बेच सकते हो, आप फेज 2 में नहीं बेच सकते, फेज 1 में बेच सकते हो, आप ललित में पी सकते हो, हयात में पी सकते हो, ताज और JW में नहीं पी सकते। तो इससे कोई मतलब पर्पज सॉल्व नहीं होगा। लोग गाड़ियों में पियेंगे, शराब पीने वालों पे पाबंदी नहीं है, ये बेचने वालों पे लगा दी। जबकि शराब पी के जो चला रहा है आप उसको 10 दिन लॉकअप में रखो, उसका लाइसेंस कैंसिल करो, वो सख्ती होनी चाहिए थी।
कि इंस्टेड ऑफ बेचने पे लगा दें। अब आपकी क्या मांग क्या है? हमारी मांग ये है कि इसको रिव्यू किया जाए और ये हमें अलाउ किया जाए। कोई एक्शन आगे आप एक्शन हमारा कुछ नहीं, अभी हम ये कर रहे हैं। हमें उम्मीद है कि गवर्नर साहब से मिल रहे हैं और एडमिनिस्ट्रेशन से सपोर्ट मांग रहे हैं। सेंट्रल गवर्नमेंट तक भी हम जा रहे हैं, आज दिल्ली वाले भी पहुंचे हुए हैं, दिल्ली टूरिज्म मिनिस्टर के पास। तो ये तो थ्रू आउट इंडिया की प्रॉब्लम है। हमारे से बड़े बड़े 5 स्टार वाले बैठे हैं दिल्ली में, सारे लगे हुए हैं। हमें पूरी उम्मीद है ये 2-4 दिन में इसको सॉर्ट आउट हो जाएगा। हाँ जी। ਤੁਸੀਂ ਦੇਖ ਰਹੇ ਸੀ ਵੀਡੀਓ ਜੋ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਹੋਟਲ ਇੰਡਸਟਰੀ ਦੁਆਰਾ, ਕਿਤੇ ਨਾ ਕਿਤੇ ਜੋ ਸੇਲ ਆਫ ਲਿਕਰ ਤੇ ਬੈਨ ਲਾਉਣ ਦੀ ਗੱਲ ਕੀਤੀ ਗਈ ਆ, ਉਹਦੇ ਨਾਲ ਰਿਲੇਟਡ ਜੋ ਹੋਟਲ ਇੰਡਸਟਰੀ, ਰੈਸਟੋਰੈਂਟ ਇੰਡਸਟਰੀ ਜਾਂ ਫਿਰ ਹੋਰ ਦੂਜੇ ਬਿਜ਼ਨਸ ਜਿਨ੍ਹਾਂ ਨੂੰ ਇਫੈਕਟ ਪਿਆ ਵਾ, ਵੱਡੀ ਮਾਤਰਾ ਦੇ ਵਿੱਚ ਅਨਇੰਪਲੋਇਮੈਂਟ ਵੀ ਅਨਇੰਪਲੋਇਮੈਂਟ ਵੀ ਇੱਕ ਇਸ਼ੂ ਬਣ ਕੇ ਸਰਕਾਰ ਸਾਹਮਣੇ ਆਊਗਾ, ਰੈਵਨਿਊ ਵੀ ਇੱਕ ਇਸ਼ੂ ਬਣ ਕੇ ਸਰਕਾਰ ਸਾਹਮਣੇ ਆਊਗਾ। ਕੁਝ ਸਵਾਲ ਮੈਂ ਜ਼ਰੂਰ ਆਪਣੇ ਸਾਥੀਆਂ ਨੂੰ ਕਰਨਾ ਚਾਹੁੰਦਾ ਵਾਂ ਕਿ ਰੈਵਨਿਊ ਲਾਸ ਇੱਕ ਵੱਡੀ ਪ੍ਰੋਬਲਮ ਹੋਊਗੀ, ਜੌਬ ਲਾਸ ਵੀ ਇੱਕ ਵੱਡੀ ਪ੍ਰੋਬਲਮ ਹੈ ਜੋ ਸਰਕਾਰ ਨੂੰ ਫੇਸ ਕਰਨੀ ਪਊਗੀ। ਕਿ ਰੈਵਨਿਊ ਲਾਸ ਵੀ ਸੁਪਰੀਮ ਕੋਰਟ ਨੂੰ ਕੰਸੀਡਰ ਕਰਨਾ ਚਾਹੀਦਾ ਸੀ? ਬਿਲਕੁਲ ਹਰਪ੍ਰੀਤ ਜੀ, ਇਹ ਲਾਸ ਐਡਾ ਵੱਡਾ ਹੈ ਜਿਹਦੇ ਕਿ ਪੂਰੇ ਇੱਕ ਸਟੇਟ ਦੀ, ਪੂਰੇ ਇੱਕ ਯੂਟੀ ਦੀ ਜਿਹੜੀ ਤੁਸੀਂ ਕਹੋ ਇਕਨੋਮੀ ਚੱਲਦੀ ਹੈ, ਉਸ ਚੀਜ਼ ਨੂੰ ਬਿਲਕੁਲ ਕੰਸੀਡਰ ਕਰਨਾ ਚਾਹੀਦਾ ਸੀ, ਜਿਹੜਾ ਕਿ ਨਹੀਂ ਕੀਤਾ ਗਿਆ। ਇਸ ਤਰ੍ਹਾਂ ਦੇ ਡਿਸੀਜਨ ਨਾਲ ਤੁਸੀਂ ਦੇਖੋ ਕਿ ਪੀਣੀ ਬੰਦ ਨਹੀਂ ਹੋ ਸਕਦੀ, ਨਾ ਹੀ ਡਰੰਕ ਐਂਡ ਡਰਾਈਵ ਬੰਦ ਹੋ ਸਕਦੀ ਹੈ। ਇੱਕ ਚੀਜ਼ ਮੈਂ ਇੱਥੇ ਜ਼ਰੂਰ ਦੱਸਣਾ ਚਾਹੂੰਗਾ ਹਰਪ੍ਰੀਤ ਜੀ ਕਿ ਚੰਡੀਗੜ੍ਹ ਦੇ ਵਿੱਚ ਜਦੋਂ ਡਰੰਕ ਐਂਡ ਡਰਾਈਵ ਦੇ ਨਾਕੇ ਲੱਗਦੇ ਆ ਜਾਂ ਬੜੀ ਸਟ੍ਰਿਕਟ ਫੋਲੋ ਕੀਤਾ ਜਾਂਦਾ ਹੈ ਉਸ ਰੂਲਸ ਐਂਡ ਰੈਗੂਲੇਸ਼ਨ ਨੂੰ, ਤਾਂ ਲੋਕਾਂ ਦੇ ਵਿੱਚ ਆਪਣੇ ਆਪ ਹੀ ਜਾਗਰੂਕਤਾ ਆਉਂਦੀ ਹੈ ਕਿ ਅਸੀਂ ਪੀ ਕੇ ਗੱਡੀ ਨਹੀਂ ਚਲਾਣੀ। ਉਹ ਕੋਈ ਨਾ ਕੋਈ ਡਰਾਈਵਰ ਲੱਭਦੇ ਨੇ ਜਾਂ ਕੋਈ ਨਾ ਕੋਈ ਕੈਬ ਆਪਸ਼ਨ ਲੈ ਕੇ ਆਪਣੇ ਹੋਟਲ ਦੇ ਵਿੱਚ, ਪਾਰਟੀਜ਼ ਦੇ ਵਿੱਚ ਜਾਂਦੇ ਨੇ ਜਿੱਥੇ ਉਹਨਾਂ ਨੇ ਡਰਿੰਕ ਕਰਨੀ ਹੁੰਦੀ ਹੈ। ਤਾਂ ਕਿਤੇ ਨਾ ਕਿਤੇ ਜੇ ਅਸੀਂ ਲਾਅ ਐਂਡ ਆਰਡਰ ਨੂੰ ਜਾਂ ਐਡਮਿਨਿਸਟ੍ਰੇਸ਼ਨ ਇਸ ਨੂੰ ਸਟ੍ਰਿਕਟਲੀ ਫੋਲੋ ਕਰੇ ਤਾਂ ਮੈਨੂੰ ਨਹੀਂ ਲੱਗਦਾ ਜੇ ਠੇਕਾ ਸੜਕ ਦੇ ਉੱਪਰ ਵੀ ਹੋਏਗਾ ਤਾਂ ਲੋਕੀ ਉਸ ਨੂੰ ਪੀ ਕੇ ਡਰਾਈਵ ਕਰਨਗੇ। ਸੋ ਕਿਤੇ ਨਾ ਕਿਤੇ ਸਾਨੂੰ ਆਪਣੇ ਆਪ ਨੂੰ ਸਟ੍ਰਿਕਟ ਹੋਣਾ ਪਏਗਾ। ਚੰਡੀਗੜ੍ਹ ਦੇ ਵਿੱਚ ਉਹੀ ਲੋਕ ਪੰਜਾਬ ਤੋਂ ਆ ਕੇ ਕਿਵੇਂ ਸਟ੍ਰਿਕਟ ਹੋ ਜਾਂਦੇ ਨੇ, ਉਹ ਆ ਕੇ ਕਿਉਂ ਗੱਡੀ ਦੇ ਡਰਾਈਵਿੰਗ ਸੀਟ ਤੋਂ ਹਟ ਕੇ ਦੂਸਰੀ ਸੀਟ ਤੇ ਬੈਠ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉੱਥੇ ਅਗਰ ਅਸੀਂ ਐਂਟਰ ਕਰਕੇ ਔਰ ਸਾਡੇ ਡਰਿੰਕ ਕੀਤੀ ਹੋਏਗੀ ਤਾਂ ਸਾਨੂੰ ਸਾਡਾ ਜਿਹੜਾ ਚਲਾਨ ਹੈ ਜਾਂ ਸਾਡੀ ਜਿਹੜੀ ਗੱਡੀ ਹੈ ਜਿਹੜੀ ਉਹ ਇੰਪਾਊਂਡ ਹੋ ਜਾਏਗੀ। ਸੋ ਇਸ ਡਰ ਦੇ ਤਹਿਤ ਲੋਕ ਜਿਹੜੇ ਆ ਡਰਿੰਕਿੰਗ ਤੋਂ ਅਵੋਇਡ ਕਰਦੇ ਨੇ ਆਪਣੇ ਆਪ ਨੂੰ। ਸੋ ਇਸ ਤਰ੍ਹਾਂ ਦੇ ਕੋਈ ਇੰਪਲੀਮੈਂਟੇਸ਼ਨ ਜਿਹੜੀ ਹੋਣੀ ਜ਼ਰੂਰੀ ਸੀਗੀ, ਬਜਾਏ ਦੇ ਕਿ ਅਸੀਂ ਉੱਥੋਂ ਠੇਕਾ ਚੱਕ ਕੇ ਪਿੱਛੇ ਲੈ ਜਾਈਏ। ਗੱਲ ਤਾਂ ਇੱਕੋ ਹੀ ਹੈ, ਉੱਥੇ ਨਹੀਂ ਪੀਏਗਾ ਬੰਦਾ ਤਾਂ ਪਿੱਛੇ ਜਾ ਕੇ ਪੀ ਲਏਗਾ। ਸੋ ਇਸ ਚੀਜ਼ ਨੂੰ ਇੰਪਲੀਮੈਂਟ ਕਰਨਾ ਜ਼ਿਆਦਾ ਜ਼ਰੂਰੀ ਹੈ, ਬਜਾਏ ਇਹਦੇ ਕਿ ਅਸੀਂ ਠੇਕੇ ਹਾਈਵੇ ਤੋਂ ਚੱਕ ਦਈਏ, ਕਿਉਂਕਿ ਇਹਦੇ ਨਾਲ ਲਾਸ ਜਿਹੜਾ ਹੋ ਰਿਹਾ ਉਹ ਕੌਣ ਬੀਅਰ ਕਰੇਗਾ। ਹੋਟਲ ਇੰਡਸਟਰੀ ਨੂੰ ਜਿਹੜਾ ਲਾਸ ਹੋ ਰਿਹਾ, ਉੱਥੇ ਜਿਹੜਾ ਮੈਨ ਪਾਵਰ ਕੰਮ ਕਰ ਰਹੀ ਹੈ ਉਸ ਨੂੰ ਕਿੰਨਾ ਲਾਸ ਹੋ ਰਿਹਾ, ਇਸ ਚੀਜ਼ ਨੂੰ ਮੱਦੇਨਜ਼ਰ ਸੁਪਰੀਮ ਕੋਰਟ ਨੇ ਬਿਲਕੁਲ ਵੀ ਨਹੀਂ ਰੱਖਿਆ ਔਰ ਸਿੰਪਲ ਇੱਕ ਡਿਸੀਜਨ ਦੇ ਦਿੱਤਾ ਕਿ 500 ਮੀਟਰ ਤੋਂ ਹਟਾ ਕੇ ਜਿਹੜੇ ਠੇਕੇ ਹੈ ਉਹ ਪਿੱਛੇ ਕਰ ਦਿੱਤੇ ਜਾਣ। ਸੋ ਮੈਂ ਤਾਂ ਇਹੀ ਕਹੂੰਗਾ ਕਿ ਅਗਰ ਅਸੀਂ ਲਾਜ਼ ਨੂੰ ਸਟਿਕ ਕਰ ਦਈਏ, ਅਸੀਂ ਆਪਣੀ ਐਡਮਿਨਿਸਟ੍ਰੇਸ਼ਨ ਨੂੰ ਸਟਿਕ ਕਰ ਦਈਏ ਤਾਂ ਸ਼ਾਇਦ ਇਸ ਚੀਜ਼ ਤੋਂ ਬਚਿਆ ਜਾ ਸਕੇ। ਜੇ ਰੈਵਨਿਊ ਲਾਸ ਦੀ ਗੱਲ ਕਰੀਏ, ਅਸੀਂ ਸਾਰੇ ਜਾਣਦੇ ਹਾਂ ਕਿ ਬਿਹਾਰ ਦੇ ਵਿੱਚ ਵੀ ਬੈਨ ਲਾਇਆ ਗਿਆ ਸੀ ਸ਼ਰਾਬ ਤੇ। ਨਿਤੀਸ਼ ਕੁਮਾਰ ਗਵਰਨਮੈਂਟ ਆਉਣ ਤੋਂ ਬਾਅਦ ਬਿਹਾਰ ਦੇ ਵਿੱਚ ਬੈਨ ਲਾ ਦਿੱਤਾ ਗਿਆ ਸੀ। ਪਰ ਜੇ ਨਿਤੀਸ਼ ਕੁਮਾਰ ਨਾਲ ਕੱਲ ਜੋ ਪੱਤਰਕਾਰਾਂ ਦੀ ਗੱਲਬਾਤ ਹੋਈ ਆ, ਤੇ ਨਿਤੀਸ਼ ਕੁਮਾਰ ਦੇ ਹਿਸਾਬ ਨਾਲ ਬਿਹਾਰ ਗਵਰਨਮੈਂਟ ਨੇ ਰੈਵਨਿਊ ਲਾਸ ਨਹੀਂ ਕੀਤਾ, ਈਵਨ ਦੋ ਕਿ ਲਿਕਰ ਨੂੰ ਬੈਨ ਕਰਨ ਤੋਂ ਪਹਿਲਾਂ 5000 ਕਰੋੜ ਦਾ ਐਕਸਾਈਜ਼ ਡਿਊਟੀ ਜਾਂ ਵੈਟ ਬਿਹਾਰ ਗਵਰਨਮੈਂਟ ਦੁਆਰਾ ਕਲੈਕਟ ਕੀਤਾ ਜਾ ਰਿਹਾ ਸੀ। ਤੇ ਨਿਤੀਸ਼ ਕੁਮਾਰ ਨੇ ਜੋ ਕੱਲ ਰਿਪੋਰਟ ਦਿੱਤੀ ਹੈ ਉਹਦੇ ਮੁਤਾਬਿਕ ਇਹ ਸਾਹਮਣੇ ਆ ਰਿਹਾ ਵਾ ਕਿ ਬਿਹਾਰ ਗਵਰਨਮੈਂਟ ਦਾ ਰੈਵਨਿਊ ਵਧਿਆ ਵਾ। ਜੇ ਬਿਹਾਰ ਗਵਰਨਮੈਂਟ ਦਾ ਲਿਕਰ ਬੈਨ ਤੋਂ ਬਾਅਦ ਰੈਵਨਿਊ ਵਧਦਾ ਵਾ, ਤੇ ਇੱਕ ਲਾਅ ਦੇ ਵਿੱਚ ਮਾੜੇ ਜਿਹੇ ਚੇਂਜ ਕਰਨਾ, ਥੋੜੇ ਜਿਹੇ ਚੇਂਜ ਕਰਨ ਨਾਲ ਕੀ ਤੁਹਾਨੂੰ ਨਹੀਂ ਲੱਗਦਾ ਕਿ ਜੋ ਹੋਟਲ ਇੰਡਸਟਰੀ ਜਾਂ ਕੁਝ ਇੰਡਸਟਰੀ ਵਾਲੇ ਜੋ ਇਸ ਚੀਜ਼ ਨੂੰ ਐਕਸਕਿਊਜ਼ ਬਣਾ ਰਹੇ ਨੇ ਉਹ ਗਲਤ ਆ? ਜੀ ਐਕਸਕਿਊਜ਼ ਬਿਲਕੁਲ ਗਲਤ ਹੈਗਾ। ਮੈਂ ਇੱਕ ਪੁਆਇੰਟ ਹੋਰ ਵੀ ਰੇਜ਼ ਕਰਨਾ ਚਾਹੂੰਗਾ ਇਹਦੇ ਵਿੱਚ ਕਿ ਸੁਪਰੀਮ ਕੋਰਟ ਦਾ, ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਡਿਸੀਜਨ ਅਧੂਰਾ ਹੈ। ਹੁਣ ਸੁਪਰੀਮ ਕੋਰਟ ਨੇ ਇਹ ਤਾਂ ਕਹਿ ਦਿੱਤਾ ਕਿ ਠੇਕੇ ਜਿਹੜੇ 500 ਮੀਟਰ ਤੋਂ ਪਰੇ ਲੈ ਜਾਓ। ਉਹਨਾਂ ਲੋਕਾਂ ਦਾ ਕੀ ਹੈ ਜਿਨ੍ਹਾਂ ਦੇ ਘਰ ਹੀ ਹਾਈਵੇ ਦੇ ਉੱਪਰ ਨੇ? ਉਹਨਾਂ ਲੋਕਾਂ ਨੂੰ ਤੁਸੀਂ ਕਿਵੇਂ ਰੋਕੋਗੇ ਪੀਣ ਤੋਂ? ਉਸ ਤੋਂ ਬਾਅਦ ਕੱਲ ਨੂੰ ਇੱਕ ਨਵਾਂ ਡਿਸੀਜਨ ਆ ਜਾਏਗਾ ਕਿ ਹਾਈਵੇ ਦੇ ਉੱਪਰ ਪੈਂਦੇ ਜਿੰਨੇ ਰਿਲੀਜੀਅਸ ਪਲੇਸਿਸ ਨੇ ਉਹਨਾਂ ਨੂੰ ਉੱਥੋਂ ਹਟਾ ਦਿਓ, ਕਿਉਂਕਿ ਡਰਾਈਵਰ ਲੋਕ ਜਿਹੜੇ ਨੇ ਖਾਸ ਕਰਕੇ ਉੱਥੋਂ ਲੰਘਦੇ ਮੱਥਾ ਟੇਕ
ਜਾਂਦੇ ਨੇ ਤੇ ਇੰਨੇ ਚ ਗੱਡੀ ਕਿਤੇ ਦੀ ਕਿਤੇ ਜਾ ਪਹੁੰਚੇਗੀ। ਸੋ ਇਹ ਜਿਹੜੀ ਚੀਜ਼ ਹੈ ਨਾ, ਇਹ ਸਾਰਾ ਇੱਕ ਘਸਮਾਨ ਇੱਕ ਪਾ ਦਿੱਤਾ ਗਿਆ ਜਾਣ ਕੇ। ਹੋਟਲ ਇੰਡਸਟਰੀ ਜਿਹੜੀ ਹੈ ਉਹ ਇੱਕ ਐਕਸਕਿਊਜ਼ ਲੈ ਰਹੀ ਹੈ, ਗਵਰਨਮੈਂਟ ਇੱਕ ਐਕਸਕਿਊਜ਼ ਲੈ ਰਹੀ ਹੈ ਰੈਵਨਿਊ ਲਾਸ ਦਾ। ਮੈਂ ਬਿਲਕੁਲ ਨਿਤੀਸ਼ ਕੁਮਾਰ ਨਾਲ ਸਹਿਮਤ ਹਾਂ, ਰੈਵਨਿਊ ਲਾਸ ਦੇ ਹੋਰ ਅਲਟਰਨੇਟ ਹੋ ਸਕਦੇ ਨੇ। ਰੈਵਨਿਊ ਲਾਸ ਕਰਕੇ ਸਿਰਫ ਇਸ ਚੀਜ਼ ਨੂੰ ਚੱਲਦੇ ਰਹਿਣ ਦੇਣਾ, ਇਹ ਕੋਈ ਸਿਆਣਪ ਵਾਲੀ ਗੱਲ ਨਹੀਂ ਹੈ। ਸੁਪਰੀਮ ਕੋਰਟ ਦਾ ਡਿਸੀਜਨ ਵਾਕਈ ਅਧੂਰਾ, ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਜੀ ਨੇ ਵੀ ਇਹ ਗੱਲ ਕੀਤੀ ਹੈ। यूपी और मध्य प्रदेश ਦੇ ਵਿੱਚ, ਆਗਰਾ ਦੇ ਕੁਝ ਇਲਾਕਿਆਂ ਦੇ ਵਿੱਚ ਔਰ ਇੰਦੌਰ ਦੇ ਕੁਝ ਇਲਾਕਿਆਂ ਦੇ ਵਿੱਚ ਠੇਕੇ ਜਿਹੜੇ ਨੇ ਉਹ ਰੈਜ਼ੀਡੈਂਸ਼ੀਅਲ ਏਰੀਆ 'ਚ ਆਲਰੇਡੀ ਸ਼ਿਫਟ ਹੋ ਗਏ ਨੇ। ਉੱਥੇ ਇੱਕ ਨਵੇਂ ਕਿਸਮ ਦਾ ਉਹਨਾਂ ਦੇ ਖਿਲਾਫ ਪ੍ਰੋਟੈਸਟ ਸ਼ੁਰੂ ਹੋ ਗਏ ਨੇ ਉੱਥੋਂ ਦੇ ਰੈਜ਼ੀਡੈਂਟਸ ਦੁਆਰਾ, ਕਿਉਂਕਿ ਉਹ ਲੋਕ ਨਹੀਂ ਚਾਹੁੰਦੇ ਕਿ ਇਹ ਜਿਹੜੀ ਪ੍ਰੋਬਲਮ ਹੈ ਇਹ ਵਧਣ ਦੀ ਬਜਾਏ, ਇਹ ਘਟਣ ਦੀ ਬਜਾਏ ਸੌਰੀ, ਇਹ ਵਧੇਗੀ ਔਰ ਜ਼ਿਆਦਾ ਵਧੇਗੀ ਇਸ ਤੋਂ ਬਾਅਦ। ਜੀ ਹਰਪ੍ਰੀਤ ਜੀ, ਮੇਰੇ ਕਹਿਣ ਦਾ ਭਾਵ ਇਹ ਹੈ ਕਿ ਠੀਕ ਹੈ, ਰਤੀਸ਼ ਜੀ ਕਹਿੰਦੇ ਨੇ ਕਿ ਉਹਨਾਂ ਦਾ ਰੈਵਨਿਊ ਹੀ ਵਧਿਆ, ਉਹਨਾਂ ਨੇ ਕੋਈ ਹੋਰ ਚੀਜ਼ ਨੂੰ ਬਹੁਤ ਪਲਾਨ ਕਰਕੇ ਕੀਤਾ ਹੋਊਗਾ, ਟੋਟਲ ਗਵਰਨਮੈਂਟ ਦੇ ਰੈਵਨਿਊ ਤੇ ਫਰਕ ਨਹੀਂ ਪੈਣ ਦਿੱਤਾ ਹੈਗਾ। ਪਰ ਇਹ ਜ਼ਰੂਰੀ ਤਾਂ ਨਹੀਂ ਕਿ ਉਹ ਜਿਹੜੀ ਗੁੱਡ ਪਲੈਨਿੰਗ ਹੈ ਔਰ ਜਿਹੜੀ ਚੰਗੀ ਮੈਨੇਜਮੈਂਟ ਹੈ ਉਹ ਸ਼ਰਾਬ ਤੋਂ ਆਉਂਦੇ ਰੈਵਨਿਊ ਤੇ ਬੰਦ ਹੋਣ ਤੋਂ ਬਾਅਦ ਹੀ ਕਰਨੀ ਹੈ। ਇਹਦੇ ਚੱਲਦੇ ਹੋਏ ਵੀ ਉਸ ਮੈਨੇਜਮੈਂਟ ਦੀ ਲੋੜ ਹੈ ਜਿਹੜੀ ਨਤੀਸ਼ ਜੀ ਨੇ ਕੀਤੀ ਹੈ। ਉਹ ਇੱਕ ਸਰਕਾਰ ਦਾ ਡਿਸੀਜਨ ਆ, ਉਹਨਾਂ ਦਾ ਆਪਣੇ ਥਾਂ ਤੇ ਚੰਗਾ ਡਿਸੀਜਨ ਹੋ ਸਕਦਾ ਹੈ। ਪਰ ਸੋਚਣ ਵਾਲੀ ਗੱਲ ਇਹ ਵੀ ਹੈਗੀ ਕਿ ਜਿਸ ਇੰਡਸਟਰੀ ਦੇ ਵਿੱਚ ਪ੍ਰਾਈਵੇਟ ਬੰਦਿਆਂ ਦਾ, ਵੱਡੇ ਹੋਟਲੀਅਰਸ ਦਾ, ਛੋਟੇ ਢਾਬੇ ਵਾਲੇ ਨੇ ਜਾਂ ਛੋਟੇ ਹੋਟਲ ਨੇ, ਕੋਈ ਕਿਸੇ ਕਿਸਮ ਦਾ ਵੀ ਜਿਹੜਾ ਹੈਗਾ ਸ਼ਰਾਬ ਦੇ ਨਾਲ ਸੰਬੰਧਿਤ ਵਪਾਰ ਹੈ, ਉਹ ਲੋਕੀ ਕਰ ਰਹੇ ਨੇ, ਉਹਨਾਂ ਦੀ ਇਨਵੈਸਟਮੈਂਟ ਦਾ ਕੀ ਬਣੇਗਾ? ਸਰਕਾਰ ਨੇ ਤਾਂ ਆਪਣੀ ਪੂਰੀ ਕਰ ਲਈ ਹੈ, ਪਰ ਉਹ ਲੋਕੀ ਜਿਨ੍ਹਾਂ ਨੇ ਕੋਈ ਮੈਰਿਜ ਪੈਲਸ ਬਣਾਇਆ, ਕੋਈ ਹੋਟਲ ਬਣਾਇਆ, ਔਰ ਮੇਰਾ ਖਿਆਲ ਹੈ ਚੰਗਾ ਹੋਟਲ ਸੈਂਕੜੇ ਕਰੋੜ ਤੋਂ ਘੱਟ ਅੱਜ ਕੱਲ੍ਹ ਬਣਦਾ ਨਹੀਂ ਹੈਗਾ, ਕੋਈ ਹੋਰ ਰੀਕ੍ਰੀਏਸ਼ਨਲ ਫੈਸਿਲਿਟੀਜ਼ ਕ੍ਰੀਏਟ ਕੀਤੀਆਂ ਨੇ, ਉਹਨਾਂ ਨੂੰ ਬੰਦੇ ਕਿੱਥੇ ਲੈ ਕੇ ਜਾਣਗੇ? ਉਹਨਾਂ ਦੀ ਜਿਹੜੀ ਇਨਵੈਸਟਮੈਂਟ ਹੋਈ ਆ ਉਹਦਾ ਜਿਹੜਾ ਕਿੱਥੋਂ ਭਰਪਾਈ ਹੋਏਗੀ? ਉਹਦੇ ਵਿੱਚ ਕਿਤੇ ਚੀਜ਼ ਨਜ਼ਰ ਨਹੀਂ ਆਉਂਦੀ ਹੈਗੀ। ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ, ਮਕਸਦ ਤਾਂ ਜਿਹੜੀ ਸੇਫ ਡਰਾਈਵਿੰਗ ਦਾ ਹੈ। ਹੁਣ ਜੇ ਤੁਸੀਂ ਇਹ ਲਾਗੂ ਕਰ ਦੋ ਕਿ ਜਿਹੜਾ ਬੰਦਾ ਸ਼ਰਾਬ ਪੀ ਕੇ ਫੜਿਆ ਗਿਆ ਹਾਈਵੇ ਤੇ ਡਰਾਈਵ ਕਰਦਾ, ਤਾਂ ਅਸੀਂ ਉਹਨਾਂ ਨੂੰ ਬਾਉਂਡ ਕਰਕੇ 3 ਦਿਨ ਵਾਸਤੇ ਤਾਂ ਉਹਦੇ ਪੱਕੀ ਜਿਹੜੀ ਹੈਗੀ ਉਹਨੂੰ ਬੰਦ ਰਹਿਣਾ ਹੀ ਪਏਗਾ। ਮੇਰੇ ਖਿਆਲ ਬੰਦਾ 100 ਵਾਰੀ ਸੋਚੇਗਾ ਕਿ ਮੈਂ ਤਾਂ 2 ਦਿਨ 'ਚ ਜਾ ਕੇ ਆਪਣੇ ਬੱਚਿਆਂ ਤੇ ਆਹ ਕੰਮ ਕਰਨਾ, ਉਹ ਕਰਨਾ, ਮੈਂ ਕਿਉਂ ਰਿਸਕ ਲਵਾਂ? ਸੋ ਕਾਨੂੰਨ ਬਣਾਉਣ ਨਾਲ ਕੁਝ ਨਹੀਂ, ਕੋਈ ਫੈਸਲਿਆਂ ਨਾਲ ਸੁਧਾਰ ਨਹੀਂ ਹੋਣਾ। ਸਵਾਲ ਇਹ ਹੈ ਕਿ ਉਹਨਾਂ ਚੀਜ਼ਾਂ ਨੂੰ ਲਾਗੂ ਕਿਵੇਂ ਕੀਤਾ ਜਾਂਦਾ ਹੈ। ਜੇ ਇਹੀ ਗੱਲ ਹੈਗੀ ਆ ਤਾਂ ਫਿਰ ਉਹ ਰੈਵਨਿਊ ਦਾ ਜਿਹੜਾ ਗੱਲ ਹੈ ਕ੍ਰੀਏਟ ਕਰਨ ਦੀ, ਫਿਰ ਤਾਂ ਉਹ ਬਿਲਕੁਲ ਬੰਦ ਹੀ ਕਰ ਦੇਣਾ ਚਾਹੀਦਾ। ਪਰ ਇਹ ਵੀ ਤਾਂ ਗੱਲ ਹੈ ਕਿ ਉੱਥੇ ਨਤੀਸ਼ ਜੀ ਦੀ ਸਰਕਾਰ ਦੇ ਵਿੱਚ ਹੀ ਉਹਨਾਂ ਦੇ MLA ਦੇ ਘਰੋਂ ਵੀ ਸ਼ਰਾਬ ਬਰਾਮਦ ਹੋ ਗਈ ਸੀ। ਤੇ ਫਿਰ ਉਹ ਜਿਹੜੀ ਇਹ ਮਾਨਸਿਕਤਾ ਹੈ, ਫਿਰ ਉਹੀ ਕੰਮ ਚੋਰੀ ਹੁੰਦੇ ਨੇ। ਉਹਨਾਂ ਨੇ ਰੈਵਨਿਊ ਜ਼ਰੂਰ ਵਧਾ ਲਿਆ, ਪਰ ਉਹ ਕਦੇ ਦਾਅਵੇ ਨਾਲ ਨਹੀਂ ਕਹਿ ਸਕਦੇ ਹੈਗੇ, ਜੇ ਉਹ ਬਿਲਕੁਲ ਸਹੀ ਕਹਿਣਾ ਹੋਵੇ ਕਿ ਅਸੀਂ ਉੱਥੇ ਬਿਲਕੁਲ ਹੀ ਬਿਹਾਰ ਦੇ ਵਿੱਚ ਨਜਾਇਜ਼ ਸ਼ਰਾਬ ਵਿਕਣੀ ਬੰਦ ਕਰ ਦਿੱਤੀ ਹੈ। ਸੋ ਇਸੇ ਤਰ੍ਹਾਂ ਹੀ ਨਜਾਇਜ਼ ਧੰਦਾ ਇਹ ਹਾਈਵੇ ਦੇ ਉੱਤੇ, ਹਾਈਵੇ ਦੇ ਨੇੜੇ ਹੋਣ ਲੱਗ ਜਾਏਗਾ, ਕਿਉਂਕਿ ਉਹਦੇ ਵਿੱਚ ਜਿਹੜਾ ਹੈਗਾ ਸਗੋਂ ਪੈਸੇ ਦਾ ਜਿਹੜਾ ਹੈਗਾ ਸਰਕੂਲੇਸ਼ਨ ਵੱਧ ਜਾਏਗੀ। ਪਰ ਨੁਕਸਾਨ ਕੀ ਹੋਏਗਾ? ਜਿਹੜੀ ਗਵਰਨਮੈਂਟ ਨੂੰ ਪੈਸਾ ਜਾਂਦਾ ਸੀ ਉਹਦਾ ਨੁਕਸਾਨ ਹੋ ਜਾਏਗਾ। ਜਿਹੋ ਜੀ ਪ੍ਰਵਿਰਤੀ ਸਾਡੇ ਲੋਕਾਂ ਦੀ ਹੈ ਔਰ ਜਿਵੇਂ ਗਵਰਨਮੈਂਟ ਦੀ ਐਡਮਿਨਿਸਟ੍ਰੇਸ਼ਨ ਕੰਮ ਕਰਦੀ ਹੈ, ਇਹਦੇ ਵਿੱਚ ਇੰਨੀ ਗੱਲ ਦੇ ਨਾਲ ਸੁਧਾਰ ਜਿਹੜਾ ਹੋਣਾ ਉਹ ਮੈਨੂੰ ਲੱਗਦਾ ਨਹੀਂ ਹੈਗਾ। ਸਿਰਫ ਜਿਹੜਾ ਨੰਬਰ 1 ਦੇ ਵਿੱਚ ਗਵਰਨਮੈਂਟ ਦੇ ਖਾਤੇ ਵਿੱਚ ਰੈਵਨਿਊ ਜਾ ਰਿਹਾ ਹੈ ਉਹਦੇ 'ਚ ਘਾਟਾ ਆ ਸਕਦਾ, ਬਾਕੀ ਕਿਸੇ ਕੰਮ ਦੇ ਵਿੱਚ ਘਾਟਾ ਆਉਂਦਾ ਮੈਨੂੰ ਨਜ਼ਰ ਨਹੀਂ ਆਉਂਦਾ ਹੈਗਾ। ਬਾਰ-ਬਾਰ ਰੂਲਸ ਐਂਡ ਲਾਜ਼ ਦੀ ਗੱਲ ਕੀਤੀ ਜਾ ਰਹੀ ਹੈ, ਥੋੜੀ ਜੀ ਰੋਡ ਸੇਫਟੀ ਐਕਟ ਦੀ ਗੱਲ ਜ਼ਰੂਰ ਕਰਨੀ ਚਾਹੂੰਗਾ। ਪਿੱਛੇ ਜਿਹੇ ਹੀ ਜੋ ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਉਹਦੇ ਵਿੱਚ ਰੋਡ ਸੇਫਟੀ ਐਕਟ ਨੂੰ ਵਾਪਸ ਮੋਡੀਫਾਈ ਕੀਤਾ ਗਿਆ, ਨਵੇਂ ਪਾਸ ਕਰਾਇਆ ਗਿਆ, ਜਿਹਦੇ ਵਿੱਚ ਕਿ ਕਾਫੀ ਵੱਡੀ ਮਾਤਰਾ ਚੇਂਜਸ ਕੀਤੇ ਗਏ ਨੇ। ਲਾਸਟ ਟਾਈਮ ਜੋ ਮੋਡੀਫਿਕੇਸ਼ਨ ਹੋਈ ਸੀ ਰੋਡ ਸੇਫਟੀ ਐਕਟ ਵਿੱਚ ਉਹ ਲਗਭਗ 30 ਸਾਲ ਪਹਿਲਾਂ ਹੋਈ ਸੀ। 30 ਸਾਲ ਤੋਂ ਰੋਡ ਸੇਫਟੀ ਐਕਟ ਵਿੱਚ ਕੋਈ ਵੀ ਚੇਂਜਸ ਨਹੀਂ ਹੋਏ ਸੀ। ਕਿ ਨਵੇਂ ਚੇਂਜਸ ਲਿਆਉਣ ਨਾਲ, ਰੋਡ ਸੇਫਟੀ ਐਕਟ ਨੂੰ ਇੰਪਲੀਮੈਂਟ ਕਰਨ ਨਾਲ ਥੋੜਾ ਬਹੁਤ ਸੁਧਾਰ ਦੀ ਉਮੀਦ ਕੀਤੀ ਜਾ ਸਕਦੀ ਹੈ, ਖਾਸ ਕਰਕੇ ਇਸ ਰੋਡ ਸੇਫਟੀ ਐਕਟ ਨੂੰ ਡਰੰਕ ਡਰਾਈਵਿੰਗ ਜਾਂ ਫਿਰ ਸਪੀਡਿੰਗ, ਉਹਨਾਂ ਸਭ ਮੁੱਦਿਆਂ ਨਾਲ ਨੂੰ ਧਿਆਨ 'ਚ ਰੱਖ ਕੇ ਹੋਏ ਇਹਦੇ ਵਿੱਚ ਚੇਂਜਸ ਕੀਤੀਆਂ ਗਈਆਂ ਨੇ।
ਰੋਡ ਸੇਫਟੀ ਐਕਟ ਪ੍ਰੈਕਟੀਕਲੀ ਲਾਗੂ ਹੋਵੇ, ਹੋਣ ਵਾਲਾ ਵੀ ਲਾਗੂ ਹੋਵੇ ਤੇ ਕਾਫੀ ਗੱਲਾਂ ਹੋਣ ਨਾਲੋਂ ਵੱਖਰੀਆਂ ਨਜ਼ਰ ਆ ਸਕਦੀਆਂ ਸੀ। ਜਦੋਂ ਨਵਾਂ ਮੋਡੀਫਾਈ ਕੀਤਾ ਗਿਆ ਵਾ, ਜੇ ਉਹ ਪ੍ਰੈਕਟਿਸ ਦੇ ਵਿੱਚ ਆਏਗਾ ਉਹਦੇ ਨਾਲ ਵੀ ਬਹੁਤ ਵੱਡੀਆਂ ਤਬਦੀਲੀਆਂ ਆ ਸਕਦੀਆਂ ਨੇ। ਇਸ ਨੁਕਤੇ ਬਾਰੇ ਤਾਂ ਮੈਂ ਇੰਨੀ ਹੀ ਗੱਲ ਕਹਿਣੀ ਚਾਹਾਂਗਾ। ਬਾਕੀ ਜਿਹੜੀ ਗੱਲ ਚੱਲ ਰਹੀ ਆ ਹੁਣ ਤੱਕ, ਉਹਦੇ 'ਚ ਮੈਂ ਇੱਕ ਗੱਲ ਬੜੀ ਆਸਾਨੀ ਨਾਲ ਨੋਟ ਕਰ ਸਕਿਆ ਸਾਰੇ ਹੀ ਦੋਸਤਾਂ ਦੀ ਗੱਲਬਾਤ ਤੋਂ, ਕਿ ਸਾਨੂੰ ਇਸ ਗੱਲ ਦੀ ਤਾਂ ਬਹੁਤ ਚਿੰਤਾ ਕਿ ਜਿਨ੍ਹਾਂ ਲੋਕਾਂ ਨੇ ਸੈਂਕੜੇ ਕਰੋੜ ਰੁਪਏ ਲਾ ਕੇ ਜਾਂ ਕਈ ਕਰੋੜ ਰੁਪਏ ਲਾ ਕੇ ਹੋਟਲ ਬਣਾਇਆ ਜਾਂ ਮੈਰਿਜ ਪੈਲੇਸ ਬਣਾਇਆ, ਉਹਨਾਂ ਦੀ ਸਾਨੂੰ ਬੜੀ ਚਿੰਤਾ। ਜੇ ਆਧਾਰ ਇਹ ਰੱਖਿਆ ਜਾਣਾ ਕਿ 500 ਮੀਟਰ ਦੇ ਦਾਇਰੇ ਦੇ ਵਿੱਚ ਹੋਟਲ ਵਾਲੇ ਨੂੰ ਆਗਿਆ ਦੇ ਦਿੱਤੀ ਜਾਵੇ, ਮੈਰਿਜ ਪੈਲੇਸ ਵਾਲੇ ਨੂੰ ਆਗਿਆ ਦੇ ਦਿੱਤੀ ਜਾਵੇ ਕਿਉਂਕਿ ਉਹਦੇ ਕੋਲੇ ਉੱਥੇ ਬਣਾਏ ਜਾਣ ਦਾ ਲਾਇਸੈਂਸ ਹੈ, ਤਾਂ ਇਹ ਗੱਲ ਤਾਂ ਫਿਰ ਉਹਨਾਂ ਠੇਕਿਆਂ ਤੇ ਅਹਾਤਿਆਂ ਉੱਤੇ ਵੀ ਲਾਗੂ ਹੋਣੀ ਚਾਹੀਦੀ ਜਿਹੜਾ ਮੁਕਾਬਲਤਨ ਛੋਟੇ ਪੱਧਰ ਦੇ ਉੱਤੇ ਬਿਜ਼ਨਸ ਚੱਲ ਰਿਹਾ, ਜਿਨ੍ਹਾਂ ਨੂੰ ਉਹਨਾਂ ਨੂੰ ਵੀ ਕਿਸੇ ਦੌਰ ਦੇ ਵਿੱਚ ਆਗਿਆ ਮਿਲੀ ਹੋਈ ਸੀ। ਹੁਣ ਉਹ ਅਹਾਤੇ ਹੀ ਪਿੱਛੇ ਕਿਉਂ ਜਾਣ, ਜਿਹੜੇ ਦੂਸਰੇ ਲੋਕ ਨੇ ਉਹ ਉਹਨਾਂ ਨੂੰ ਉਸੇ ਹੀ ਖੇਤਰ ਦੇ ਵਿੱਚ ਆਗਿਆ ਕਿਉਂ ਮਿਲੇ। ਇਸ ਗੱਲ ਬਾਰੇ ਸਾਨੂੰ ਥੋੜਾ ਜਿਹਾ ਰੀਥਿੰਕ ਕਰਨਾ ਪਵੇਗਾ ਕਿ ਕੀ ਅਸੀਂ ਸਰਕਾਰਾਂ ਦੇ ਵਾਂਗ ਹੀ ਅਮੀਰ ਦੇ ਪੱਖ ਦੇ ਵਿੱਚ ਤੇ ਜੇ ਕੋਈ ਛੋਟਾ ਬਿਜ਼ਨਸਮੈਨ ਆ ਉਹਦੇ ਵਿਰੋਧ ਦੇ ਵਿੱਚ ਆਪਣੇ ਆਪ ਨੂੰ ਸੈੱਟ ਕਰਨਾ, ਕਿ ਜਾਂ ਅਸੀਂ ਜਿਹੜਾ ਫੈਸਲਾ ਆਇਆ ਜਿਸ ਪ੍ਰਸੰਗ ਦੇ ਵਿੱਚ ਉਹਦੇ ਨਾਲ ਜੋੜ ਕੇ ਉਹਦੀ ਰੀਅਲ ਵਿਆਖਿਆ ਕਰਨ ਦੀ ਕੋਸ਼ਿਸ਼ ਕਰ ਦੇਣੀ ਆ। ਕਹਿਣ ਨੂੰ ਤਾਂ ਜਿਵੇਂ ਪ੍ਰਭ ਜੀ ਨੇ ਕਹਿ ਦਿੱਤਾ ਕਿ ਫਿਰ ਧਾਰਮਿਕ ਸਥਾਨ ਤੇ ਮੱਥਾ ਟੇਕਦਿਆਂ ਵੀ ਗੱਡੀ ਦਾ ਐਕਸੀਡੈਂਟ ਹੋ ਸਕਦਾ, ਪਰ ਕੀ ਅਸੀਂ ਉਹਨੂੰ ਵੀ ਹਟਾ ਦੇਣ ਦੀ ਗੱਲ ਕਰਾਂਗੇ? ਪਹਿਲੀ ਗੱਲ ਤਾਂ ਸਾਨੂੰ ਇਹ ਹੈ ਵੀ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਜਿਸ ਪ੍ਰਸੰਗ ਦੇ ਵਿੱਚ ਆਇਆ ਵਾ, ਜਿਸ ਸਿਚੁਏਸ਼ਨ ਦੇ ਵਿੱਚ ਆਇਆ ਵਾ, ਜਿਸ ਪੈਟੀਸ਼ਨ ਦੇ ਆਧਾਰ ਦੇ ਉੱਤੇ ਆਇਆ ਵਾ, ਅਸੀਂ ਉਹਦੀ ਵਿਆਖਿਆ ਨੂੰ ਪਹਿਲਾਂ ਤਾਂ ਉਹਦੇ ਦਾਇਰੇ ਦੇ ਵਿੱਚ ਰੱਖ ਕੇ ਗੱਲ ਕਰੀਏ, ਫਿਰ ਅਸੀਂ ਰੋਡ ਸੇਫਟੀ ਦੇ ਆਧਾਰ ਨੂੰ ਬਾਕੀ ਚੀਜ਼ਾਂ ਜਿਹੜੇ ਨੁਕਤੇ ਨੇ ਉਹਦੇ ਨਾਲ ਜੁੜਦੇ ਨੇ ਉਹਨਾਂ ਦੇ ਆਧਾਰ ਦੇ ਉੱਤੇ ਗੱਲ ਕਰੀਏ। ਇੱਕ ਗੱਲ ਮੈਂ ਬਹੁਤ ਸੰਖੇਪ ਦੇ ਵਿੱਚ ਮੁਕਾ ਦੇਣੀ ਚਾਹੁੰਦਾ ਕਿ ਜਦੋਂ ਹੋਟਲਾਂ ਵਾਲੇ ਆਪਣੇ ਵਰਕਰਾਂ ਨੂੰ ਇਹ ਕਹਿ ਕੇ ਸੜਕਾਂ ਦੇ ਉੱਤੇ ਲਿਆ ਰਹੇ ਨੇ, ਜਦੋਂ ਅਹਾਤਿਆਂ ਵਾਲੇ ਵੀ ਈਵਨ ਆਪਣੇ ਵਰਕਰਸ ਨੂੰ ਇਹਨਾਂ ਗੱਲਾਂ ਦੇ ਆਧਾਰ ਦੇ ਉੱਤੇ ਸੜਕਾਂ ਦੇ ਵਿੱਚ ਆਉਣ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਕਿ ਤੁਹਾਡਾ ਰੁਜ਼ਗਾਰ ਚਲਾ ਜਾਵੇਗਾ, ਪਰ ਕੀ ਇਹੀ ਜਿਹੜੇ ਪੰਜਾਬ ਤੇ ਹਰਿਆਣਾ ਦੇ ਹੋਟਲ ਮਾਲਕ ਨੇ ਕੀ ਉਹ ਆਪਣੇ ਹੋਟਲਾਂ ਦੇ ਵਿੱਚ ਉਹਨਾਂ ਵਰਕਰਾਂ ਨੂੰ ਯੂਨੀਅਨ ਬਣਾ ਕੇ ਇਸੇ ਤਰ੍ਹਾਂ ਸੜਕਾਂ ਦੇ ਉੱਤੇ ਆਉਣ ਦੀ ਆਗਿਆ ਦੇਣਗੇ ਜਦੋਂ ਉਹ ਮਾਲਕਾਂ ਦੇ ਕੋਲੋਂ ਆਪਣੇ ਹੱਕ ਮੰਗਣ ਦੀ ਗੱਲ ਕਰਨਗੇ? ਜਦੋਂ ਸੁਪਰੀਮ ਕੋਰਟ ਦੇ ਇੱਕ ਫੈਸਲੇ ਨਾਲ ਉਹਨਾਂ ਦੇ ਰੁਜ਼ਗਾਰ ਤੇ ਸੱਟ ਵੱਜੀ, ਉਦੋਂ ਤਾਂ ਮਾਲਕ ਵੀ ਉਹਨਾਂ ਦੇ ਰੁਜ਼ਗਾਰ ਨੂੰ ਮੁੱਦਾ ਬਣਾ ਕੇ ਆਪਣੇ ਹਿੱਤ ਪੂਰੇ ਕਰਨ ਦੀ ਗੱਲ ਕਰਨ ਲੱਗੇ ਹੋਏ ਨੇ। ਪਰ ਕੀ ਇਹੀ ਗੱਲ ਜੇ ਹਿਮਾਚਲ ਦੀ ਤਰਜ਼ ਦੇ ਉੱਤੇ ਪੰਜਾਬ ਤੇ ਹਰਿਆਣਾ ਦੇ ਹੋਟਲ ਵਰਕਰਾਂ ਦੀ ਕੋਈ ਯੂਨੀਅਨ ਬਣੇ ਔਰ ਉਹ ਯੂਨੀਅਨ ਮਾਲਕਾਂ ਦੇ ਖਿਲਾਫ ਉੱਠ ਕੇ ਖੜੀ ਹੋਵੇ, ਕੀ ਸਾਡੀ ਪੰਜਾਬ ਦੀ ਜਿਹੜੀ ਸਰਕਾਰ ਆ ਜਾਂ ਸਾਡੇ ਹੋਟਲ ਮਾਲਕ ਨੇ ਜਿਹੜੇ ਅੱਜ ਉਹਨਾਂ ਦੇ ਰੁਜ਼ਗਾਰ ਦਾ ਬੜਾ ਫਿਕਰ ਕਰਦੇ ਨੇ, ਕੀ ਉਹਨਾਂ ਦੇ ਲਈ ਉਹ ਕੁਝ ਕਰ ਸਕਣਗੇ? ਜਾਂ ਸਰਕਾਰ ਇਸ ਫੈਸਲੇ ਤੋਂ ਬਾਅਦ ਜਿਵੇਂ ਉਹਨਾਂ ਨੇ ਉਹਨਾਂ ਦੇ ਰੁਜ਼ਗਾਰ ਖੁੱਸਣ ਦੀ ਗੱਲ ਕੀਤੀ, ਜੇ ਸਰਕਾਰ ਹੀ ਕੋਈ ਐਸਾ ਫੈਸਲਾ ਲੈ ਲਵੇ ਕਿ ਇਹਨਾਂ ਸਿਚੁਏਸ਼ਨ ਦੇ ਵਿੱਚ ਵੀ ਤੇ ਤੁਹਾਨੂੰ ਜਿਹੜਾ ਵਾ ਇਹ ਆਗਿਆ ਨਹੀਂ ਦਿੱਤੀ ਜਾਵੇਗੀ ਕਿ ਉਹਨਾਂ ਵਰਕਰਾਂ ਨੂੰ ਕੰਮ ਤੋਂ ਹਟਾ ਦਿਓ, ਜਿਨ੍ਹਾਂ ਦੇ ਰੁਜ਼ਗਾਰ ਦਾ ਤੁਸੀਂ ਬੜਾ ਫਿਕਰ ਕਰਦੇ ਹੋ, ਉਹਦੇ ਲਈ ਤੁਸੀਂ ਆਪਣੀ ਕਮਾਈ ਦੇ ਸਾਧਨ ਕਿਸੇ ਹੋਰ ਜਗ੍ਹਾ ਦੇ ਉੱਤੋਂ ਕ੍ਰੀਏਟ ਕਰ ਲਓ, ਜਿਵੇਂ ਨਤੀਸ਼ ਕੁਮਾਰ ਨੇ ਸ਼ਰਾਬ ਦੀ ਜਗ੍ਹਾ ਹੋਰ ਕਿਤੇ ਕਰ ਲਏ ਨੇ। ਕੀ ਸਰਕਾਰ ਦੇ ਜਾਂ ਸੁਪਰੀਮ ਕੋਰਟ ਦੇ ਐਸੇ ਹੁਕਮ ਨੂੰ ਹੋਟਲ ਮਾਲਕ ਮੰਨਣ ਲਈ ਤਿਆਰ ਹੋ ਜਾਣਗੇ? ਅਸੀਂ ਜੇ ਇਸ ਤਰੀਕੇ ਦੇ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਸਾਨੂੰ ਜਿਹੜੀ ਚੀਜ਼ ਸੁਪਰੀਮ ਕੋਰਟ ਨੇ ਕਹੀ ਨਹੀਂ ਔਰ ਜਿਹੜੀ ਚੀਜ਼ ਕਹਿਣ ਤੋਂ ਬਾਅਦ ਜਿਹੜੀ ਸਮੱਸਿਆ ਸਾਹਮਣੇ ਆਈ ਨਹੀਂ, ਉਹਨਾਂ ਦੇ ਆਧਾਰ ਦੇ ਉੱਤੇ ਜੇ ਅਸੀਂ ਉਹਦੀ ਵਿਆਖਿਆ ਕਰਾਂਗੇ ਤਾਂ ਮੈਨੂੰ ਲੱਗਦਾ ਅਸੀਂ ਗਲਤ ਦਿਸ਼ਾ ਦੇ ਵਿੱਚ ਜਾ ਰਹੇ ਹੋਵਾਂਗੇ। ਵਿਆਖਿਆ ਸਾਨੂੰ ਜਿਸ ਪਟੀਸ਼ਨ ਦੇ ਆਧਾਰ ਦੇ ਉੱਤੇ ਫੈਸਲਾ ਆਇਆ ਔਰ ਉਸ ਪਟੀਸ਼ਨ ਦੇ ਫੈਸਲੇ ਤੋਂ ਬਾਅਦ ਜਿਨ੍ਹਾਂ ਲੋਕਾਂ ਨੂੰ ਸਮੱਸਿਆ ਆਈਆਂ, ਜਿਸ ਕਿਸਮ ਦੀਆਂ ਸਮੱਸਿਆ ਆਈਆਂ, ਉਸ ਦਾਇਰੇ ਦੇ ਵਿੱਚ ਰੱਖ ਕੇ ਆਪਣੀ ਚਰਚਾ ਨੂੰ ਕਰਨਾ ਚਾਹੀਦਾ। ਉਸ ਤੋਂ ਬਾਹਰ ਜਾ ਕੇ ਜੇ ਅਸੀਂ ਚਰਚਾ ਕਰਾਂਗੇ, ਮੇਰਾ ਖਿਆਲ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਸਹੀ ਸਿੱਟੇ ਤੇ ਨਹੀਂ ਪਹੁੰਚਾਂਗੇ। ਜੇ ਅਦਰਵਾਈਜ਼ ਅਸੀਂ ਚਰਚਾ ਕਰਨ ਲੱਗਾਂਗੇ ਤੇ ਜਿੰਨੇ ਐਕਸੀਡੈਂਟ ਰਾਜਮਾਰਗਾਂ ਦੇ ਉੱਤੇ, ਨੈਸ਼ਨਲ ਹਾਈਵੇ ਦੇ ਉੱਤੇ ਹੁੰਦੇ ਨੇ, ਜਿੰਨੇ ਕੇਸ ਰਜਿਸਟਰਡ ਹੁੰਦੇ ਨੇ ਦਾਰੂ ਵਾਲਿਆਂ ਦੇ, ਪੀਣ ਵਾਲੇ ਡਰਾਈਵਰਾਂ ਦੇ ਆਧਾਰ ਦੇ ਉੱਤੇ,
ਤਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਤਾਂ ਕੇਸ ਹੀ ਬਹੁਤ ਥੋੜੇ ਨੇ, ਇਸ ਕਰਕੇ ਦਾਰੂ ਤਾਂ ਸੜਕਾਂ ਦੇ ਉੱਤੋਂ ਬੰਦ ਕੀਤੇ ਜਾਣ ਦੀ ਜ਼ਰੂਰਤ ਹੀ ਨਹੀਂ। ਐਕਸੀਡੈਂਟਾਂ ਦੀ ਗਿਣਤੀ ਬਹੁਤ ਜ਼ਿਆਦਾ ਵਾ, ਔਰ ਦਾਰੂ ਪੀ ਕੇ ਹੋਣ ਵਾਲੇ ਐਕਸੀਡੈਂਟਾਂ ਦੀ ਜਿਹੜੀ ਗਿਣਤੀ ਆ ਅੰਕੜਿਆਂ ਮੁਤਾਬਕ ਮੁਕਾਬਲਤਨ ਬਹੁਤ ਘੱਟ ਆ। ਉਨੇ ਕੁ ਨੂੰ ਤਾਂ ਫਿਰ ਸਾਡਾ ਜਿਹੜਾ ਟ੍ਰੈਫਿਕ ਡਿਪਾਰਟਮੈਂਟ ਆ ਉਹੀ ਕੰਟਰੋਲ ਕਰ ਸਕਦਾ। ਫਿਰ ਅਸੀਂ ਇਸ ਸਿੱਟੇ ਤੇ ਉੱਤੇ ਵੀ ਪਹੁੰਚ ਜਾਵਾਂਗੇ ਜੇ ਅਸੀਂ ਇਹ ਦਲੀਲ ਦੇ ਸਕਦੇ ਹਾਂ ਕਿ ਧਾਰਮਿਕ ਸਥਾਨ ਤੇ ਮੱਥਾ ਟੇਕਣ ਕਰਕੇ ਐਕਸੀਡੈਂਟ ਹੋ ਸਕਦਾ। ਫਿਰ ਅਸੀਂ ਇਹ ਵੀ ਦਲੀਲ ਦੇ ਸਕਦੇ ਹਾਂ ਕਿ ਜਿਸ ਗੱਡੀ ਦਾ ਡਰਾਈਵਰ ਗੱਡੀ ਚਲਾ ਰਿਹਾ ਵਾ ਬਿਨਾਂ ਦਾਰੂ ਪੀਤੇ ਦੇ, ਉਸੇ ਗੱਡੀ ਦੇ ਵਿੱਚ ਜੇ ਲੋਕ ਦਾਰੂ ਪੀ ਕੇ ਬੈਠੇ ਨੇ ਜਾਂ ਚੱਲਦੀ ਗੱਡੀ 'ਚ ਦਾਰੂ ਪੀ ਰਹੇ ਨੇ ਤਾਂ ਉਹਨਾਂ ਦੇ ਦਾਰੂ ਪੀਣ ਕਰਕੇ ਵੀ ਡਰਾਈਵਰ ਜਿਹੜਾ ਉਹ ਐਕਸੀਡੈਂਟ ਕਰ ਸਕਦਾ ਹੈ, ਉਹਦੀ ਮਨੋਦਸ਼ਾ ਐਕਸੀਡੈਂਟਲ ਪੋਜੀਸ਼ਨ ਨੂੰ ਜਾ ਸਕਦੀ। ਫਿਰ ਤਾਂ ਅਸੀਂ ਇਸ ਦਿਸ਼ਾ ਦੇ ਵਿੱਚ ਚਲੇ ਜਾਵਾਂਗੇ। ਮੈਨੂੰ ਨਹੀਂ ਲੱਗਦਾ ਸਾਨੂੰ ਇਸ ਤਰੀਕੇ ਦੇ ਨਾਲ ਔਰ ਗਲਤ ਦਿਸ਼ਾ ਦੇ ਵਿੱਚ ਵਿਆਖਿਆ ਕਰਕੇ ਗਲਤ ਕਿਸਮ ਦੀ ਬਹਿਸ ਦੇ ਵਿੱਚ ਪੈਣਾ ਚਾਹੀਦਾ। ਥੋੜਾ ਜਿਹਾ ਇੱਕ ਮੁੱਦਾ ਸ਼ਰਾਬ ਦੇ ਨਾਲ ਹੀ ਜੁੜਿਆ ਹੋਇਆ ਜ਼ਰੂਰ ਛੇੜਨਾ ਚਾਹੂੰਗਾ। ਜੇ ਪੰਜਾਬ ਵਿੱਚ ਨਵੀਂ ਗਵਰਨਮੈਂਟ ਆਉਣ ਤੋਂ ਬਾਅਦ ਥੋੜਾ ਜਿਹਾ ਜੋ ਐਕਸਾਈਜ਼ ਡਿਊਟੀ ਦੇ ਵਿੱਚ ਚੇਂਜਸ ਕੀਤੇ ਗਏ ਨੇ ਤੇ ਜੋ ਲਿਕਰ ਦੇ ਬੋਲੀ ਲੱਗਦੀ ਸੀ ਉਸ ਸਿਸਟਮ ਦੇ ਵਿੱਚ ਚੇਂਜਸ ਕੀਤੇ ਗਏ ਨੇ, ਉਸ ਤੋਂ ਬਾਅਦ ਕਾਫੀ ਸ਼ਹਿਰਾਂ ਦੇ ਵਿੱਚ ਇਹ ਵੇਖਣ ਨੂੰ ਸਾਹਮਣੇ ਆਇਆ ਕਿ ਬੋਲੀ ਲਾਉਣ ਵਾਸਤੇ ਵੀ ਕੋਈ ਵੀ ਠੇਕੇਦਾਰ ਉੱਥੇ ਨਹੀਂ ਗਏ ਤੇ ਸਰਕਾਰ ਨੂੰ ਉਹ ਠੇਕੇ ਤੁਸੀਂ ਕਹਿ ਸਕਦੇ ਨਿਲਾਮ ਨਹੀਂ ਹੋਏ ਤੇ ਸਰਕਾਰ ਨੂੰ ਇੱਕ ਹੋਰ ਐਕਸਟੈਂਸ਼ਨ ਦੇਣੀ ਪਈ ਕਿ ਅਗਲੀ 15-20 ਦਿਨਾਂ ਬਾਅਦ ਇੱਕ ਹੋਰ ਡੇਟ ਰੱਖੀ ਗਈ ਜਿਹਦੇ ਵਿੱਚ ਕਿ ਸਰਕਾਰ ਫਿਰ ਤੋਂ ਆਕਸ਼ਨ ਕਰਨ ਦੀ ਕੋਸ਼ਿਸ਼ ਕਰੂਗੀ। ਕੁੱਲ ਮਿਲਾ ਕੇ ਇੱਕ ਪਾਸੇ ਸੁਪਰੀਮ ਕੋਰਟ ਦਾ ਡਿਸੀਜਨ, ਦੂਜੇ ਪਾਸੇ ਜੋ ਪੰਜਾਬ ਗਵਰਨਮੈਂਟ ਨੇ ਐਕਸਾਈਜ਼ ਡਿਊਟੀ ਵਿੱਚ ਚੇਂਜਸ ਕੀਤੇ ਨੇ ਜਾਂ ਲਿਕਰ ਲਾਅ ਦੇ ਵਿੱਚ ਚੇਂਜਸ ਕੀਤੇ ਨੇ, ਉਸ ਤੋਂ ਬਾਅਦ ਠੇਕਿਆਂ ਦਾ ਸ਼ਰਾਬ ਦੇ ਠੇਕਿਆਂ ਦਾ ਨਿਲਾਮੀ ਵੀ ਨਾ ਹੋਣਾ। ਜਿਹੜੀ ਰੈਵਨਿਊ ਦੀ ਅਸੀਂ ਗੱਲ ਕਰ ਰਹੇ ਸੀ ਕਿ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਗਵਰਨਮੈਂਟ ਨੂੰ ਖਾਸ ਕਰਕੇ ਰੈਵਨਿਊ ਵੱਲੋਂ ਖਾਸ ਕਰਕੇ ਉਹ ਰੈਵਨਿਊ ਜੋ ਲਿਕਰ ਜਾਂ ਸ਼ਰਾਬ ਦੀ ਐਕਸਾਈਜ਼ ਜਾਂ ਉੱਤੇ ਟੈਕਸ ਲਾ ਕੇ ਮਿਲਦਾ ਸੀ ਉਸ ਤੋਂ ਜ਼ਿਆਦਾ ਨੁਕਸਾਨ ਹੋ ਸਕਦਾ ਵਾ ਐਸ ਕੰਪੇਅਰ ਟੂ ਅਦਰ ਸਟੇਟਸ? ਹਰਪ੍ਰੀਤ ਜੀ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਬਿਲਕੁਲ ਪੰਜਾਬ ਗਵਰਨਮੈਂਟ ਨੂੰ ਰੈਵਨਿਊ ਲਾਸ ਝੱਲਣਾ ਪਏਗਾ। ਮੈਂ ਪਹਿਲਾਂ ਵੀ ਬਾਰ-ਬਾਰ ਆਪਣੇ ਪੁਆਇੰਟ ਨੂੰ ਕਲੀਅਰ ਕਰਨਾ ਚਾਹ ਰਿਹਾ ਕਿ ਮੇਰਾ ਸਿਰਫ ਕਹਿਣ ਦਾ ਪਰਪਸ ਇਹ ਸੀਗਾ ਕਿ ਸੁਪਰੀਮ ਕੋਰਟ ਦਾ ਡਿਸੀਜਨ ਅਧੂਰਾ ਹੈ। ਸ਼ਬੀਸ਼ ਜੀ ਪਤਾ ਨਹੀਂ ਮੇਰੀ ਗੱਲ ਨੂੰ ਕਿੱਥੋਂ ਕਿੱਥੇ ਲੈ ਗਏ। ਮੈਂ ਉਹਨਾਂ ਦੀ ਇਸ ਚੀਜ਼ ਨਾਲ ਮੈਂ ਤਕਰਾਰ ਦੇ ਵਿੱਚ ਨਹੀਂ ਪੈਣਾ ਚਾਹੁੰਦਾ। ਮੈਂ ਇਹ ਵੀ ਕਿਹਾ ਸੀ ਕਿ ਜਿਹਨਾਂ ਦੇ ਘਰ ਹਾਈਵੇ ਦੇ ਨਾਲ ਨੇ ਉਹ ਆਪਣੇ ਘਰ 'ਚ ਬਹਿ ਕੇ ਸ਼ਰਾਬ ਪੀਂਦੇ ਨੇ, ਫਿਰ ਉਹਨਾਂ ਦਾ ਕੀ ਇਲਾਜ ਕੀਤਾ ਜਾਏਗਾ? ਸੋ ਉਹ ਮੇਰੀ ਐਗਜ਼ਾਮਪਲ ਨੂੰ ਸ਼ਾਇਦ ਪਤਾ ਨਹੀਂ ਕਿਸੇ ਹੋਰ ਪਾਸੇ ਲੈ ਕੇ ਬਿਲਕੁਲ ਮੈਂ ਤੁਹਾਡੇ ਉਸੇ ਮੁੱਦੇ ਤੇ ਵਾਪਸ ਆਉਣਾ ਕਿ ਰੈਵਨਿਊ ਲਾਸ ਇੱਕ ਸ਼ਬਦ ਬੋਲ ਕੇ ਆਪਣੀ ਗੱਲ ਖਤਮ ਕਰ ਲੈਣਾ। ਪਾਬੰਦੀ ਵਿਕਰੀ ਤੇ ਲੱਗੀ ਆ, ਆਪਣੇ ਘਰ 'ਚ ਪੀਣ ਤੇ ਨਹੀਂ ਲੱਗੀ। ਫਿਰ ਉਹ ਤੁਸੀਂ ਗਲਤ ਦਿਸ਼ਾ 'ਚ ਨਾ ਜਾਓ। ਹਰਪ੍ਰੀਤ ਜੀ, ਮੈਂ ਆਪਣੀ ਗੱਲ ਕੰਟੀਨਿਊ ਕਰਦਾ ਕਿ ਪੰਜਾਬ ਗਵਰਨਮੈਂਟ ਆਲਰੇਡੀ ਬੜੇ ਵਿੱਤੀ ਸੰਕਟ ਦੇ ਵਿੱਚੋਂ ਨਿਕਲ ਰਹੀ ਹੈ ਔਰ ਇਸ ਤਰ੍ਹਾਂ ਦਾ ਜਿਹੜਾ ਰੈਵਨਿਊ ਲਾਸ ਆ ਉਹ ਇਹਨਾਂ ਵਾਸਤੇ ਹੋਰ ਜ਼ਿਆਦਾ ਡੇਂਜਰਸ ਹੋ ਸਕਦਾ। ਪਰ ਇਹਨਾਂ ਨੂੰ ਨਾਲ ਕਿਤੇ ਨਾ ਕਿਤੇ ਪੰਜਾਬ ਗਵਰਨਮੈਂਟ ਬਜਾਏ ਇੱਕੋ ਸੋਰਸ ਤੋਂ ਰੈਵਨਿਊ ਲੈਣ ਦੇ ਪੰਜਾਬ ਗਵਰਨਮੈਂਟ ਨੂੰ ਵੀ ਚਾਹੀਦਾ ਕਿ ਨਿਤੀਸ਼ ਕੁਮਾਰ ਜਾਂ ਹੋਰ ਕਿਸੇ ਗਵਰਨਮੈਂਟ ਤੋਂ ਇਹ ਸਬਕ ਲਵੇ ਕਿ ਰੈਵਨਿਊ ਦੇ ਸੋਰਸਿਸ ਕਿਵੇਂ ਵਧਾਏ ਜਾ ਸਕਦੇ ਨੇ। ਸਿਰਫ ਸ਼ਰਾਬ ਦੇ ਠੇਕਿਆਂ ਕਰਕੇ ਪੰਜਾਬ ਦੀ ਇਕਨੋਮੀ ਚੱਲ ਰਹੀ ਹੈ, ਇਹ ਕੋਈ ਚੱਲੇ ਕੋਈ ਜ਼ਰੂਰੀ ਨਹੀਂ ਹੈਗਾ। ਇੱਕ ਪਾਸੇ ਤਾਂ ਇਹ ਇੱਥੇ ਪੰਥਕ ਸਰਕਾਰ 10 ਸਾਲ ਰਾਜ ਕਰਕੇ ਗਈ ਹੈ, ਦੂਸਰੇ ਪਾਸੇ ਅੱਜ ਅਸੀਂ ਇਸ ਚੀਜ਼ ਨੂੰ ਲੈ ਕੇ ਰੋ ਰਹੇ ਹਾਂ ਕਿ ਕਿਉਂਕਿ ਇੱਥੇ ਪੰਜਾਬ 'ਚ ਸ਼ਰਾਬ ਦੇ ਠੇਕੇ ਨਹੀਂ ਵਿਕ ਰਹੇ, ਸ਼ਰਾਬ ਦੀ ਠੇਕਿਆਂ ਦੀ ਬੋਲੀ ਨਹੀਂ ਲੱਗ ਰਹੀ, ਇਸ ਕਰਕੇ ਰੈਵਨਿਊ ਲਾਸ ਹੋ ਗਿਆ। ਤਾਂ ਇਹ ਚੀਜ਼ਾਂ ਗਵਰਨਮੈਂਟ ਦਾ ਵੀ ਇੱਕ ਜ਼ਿੰਮੇਵਾਰੀ ਬਣਦੀ ਕਿ ਹੋਰ ਜ਼ਿਆਦਾ ਸਬਸਟੀਟਿਊਟ ਦੇਖਣ। ਮਨਪ੍ਰੀਤ ਬਾਦਲ ਇੰਨੇ ਕਾਬਲ ਵਿੱਤ ਮੰਤਰੀ ਹੈਗੇ ਨੇ, ਉਹਨਾਂ ਨੂੰ ਵੀ ਚਾਹੀਦਾ ਕਿ ਬਜਾਏ ਉਹ ਇਸ ਤਰ੍ਹਾਂ ਦੇ ਬਿਆਨ ਦੇਣ ਕਿ ਗਵਰਨਮੈਂਟ ਇਹਦਾ ਸਬਸਟੀਟਿਊਟ ਲੱਭੇਗੀ ਕਿ ਸ਼ਰਾਬ ਦੇ ਠੇਕੇ ਇੱਥੇ ਨਾ ਖੁੱਲ ਕੇ ਕਿਤੇ ਹੋਰ ਖੁੱਲ ਜਾਣ, ਉਹਨਾਂ ਨੂੰ ਚਾਹੀਦਾ ਕਿ ਸੋਰਸ ਆਫ ਇਨਕਮ ਜਿਹੜਾ ਉਹਦੇ ਸਬਸਟੀਟਿਊਟ ਲੱਭੇ ਜਾਣ, ਨਾ ਕਿ ਇਸੇ ਸੋਰਸ ਆਫ ਇਨਕਮ ਨੂੰ ਹੋਰ ਜਗ੍ਹਾ ਸ਼ਿਫਟ ਕਰਨ ਦੀ ਗੱਲ ਕੀਤੀ ਜਾਵੇ। ਜੀ, ਸ਼ਰਾਬ ਤੋਂ ਜੋ ਰੈਵਨਿਊ ਦੀ ਗੱਲ ਹੁੰਦੀ ਹੈ ਕਿ ਗਵਰਨਮੈਂਟ ਵਾਸਤੇ ਇੱਕ ਈਜ਼ੀ ਵੇ ਆਫ ਇਨਕਮ ਆ, ਤੇ ਜੋ ਤੁਸੀਂ ਕਹਿ ਰਹੇ ਜੋ ਕਿਤੇ ਹੋਰ ਗਵਰਨਮੈਂਟ ਸੋਰਸ ਲੱਭੇ ਸ਼ਾਇਦ ਗਵਰਨਮੈਂਟ ਵਾਸਤੇ ਉਹ ਟਫ ਹੋਵੇ, ਤਾਂ ਕਰਕੇ ਗਵਰਨਮੈਂਟ ਜਾਂ ਖਾਸ ਕਰਕੇ ਪਿਛਲੇ 10 ਸਾਲਾਂ ਦੀ ਜੇ ਗੱਲ ਕਰੀਏ ਅਕਾਲੀ ਗਵਰਨਮੈਂਟ ਨੇ ਸ਼ਰਾਬ ਤੋਂ ਰੈਵਨਿਊ ਜੋ ਆਉਂਦਾ ਸੀ ਉਹਦੇ ਵੱਲ ਜ਼ਿਆਦਾ ਧਿਆਨ ਦਿੱਤਾ ਤੇ ਦੂਜੇ ਸੋਰਸਸ ਵੱਲ ਜਾਂ ਦੂਜੇ ਰਿਸੋਰਸਸ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ। ਬਿਲਕੁਲ ਅਕਾਲੀ ਗਵਰਨਮੈਂਟ ਨੇ ਦੇਖੋ ਜੀ ਵਿਰਾਸਤੀ ਯਾਦਗਾਰਾਂ ਬਣਾ ਦਿੱਤੀ ਹੈ, ਹਿਸਟੋਰੀਕਲ ਪਲੇਸਿਸ ਨੇ ਬਣਾਤੇ। ਚੰਗਾ ਹੁੰਦਾ ਜੇ ਉਹਨਾਂ ਪਲੇਸਿਸ ਨੂੰ, ਉਹਨਾਂ ਯਾਦਗਾਰਾਂ ਨੂੰ, ਉਹਨਾਂ ਇਮਾਰਤਾਂ ਨੂੰ ਬਤੌਰ ਟੂਰਿਜ਼ਮ ਡਿਵੈਲਪ ਕਰਦੇ, ਉੱਥੇ ਟੂਰਿਸਟ ਆਉਂਦੇ, ਉੱਥੋਂ ਰੈਵਨਿਊ ਆਉਂਦਾ। ਪਰ ਇਹ ਗਵਰਨਮੈਂਟਾਂ ਜਿਹੜੀ ਸਰਕਾਰਾਂ ਦੀ ਜਿਹੜੀ ਇਹ ਪਾਲਿਸੀਆਂ ਹੀ ਗਲਤ ਨੇ। ਮੈਨੂੰ ਨਹੀਂ ਪਤਾ ਕੌਣ ਉਹਨਾਂ ਦੇ ਸਲਾਹਕਾਰ ਹੁੰਦੇ ਨੇ, ਕੀ ਹੁੰਦੇ ਨੇ। ਉਹ ਦੂਰਦਰਸ਼ੀ ਗੱਲ ਕੋਈ ਨਹੀਂ ਸੋਚਦੇ, ਉਹ ਸਿਰਫ ਇਹ ਸੋਚਦੇ ਨੇ ਕਿ ਸਾਡੀ ਸਰਕਾਰ ਵੇਲੇ ਆ ਯਾਦਗਾਰ ਬਣ ਗਈ, ਅਸੀਂ ਇਹਨੂੰ ਆਪਣੇ ਨਾਮ ਤੇ ਲਗਵਾ ਲਈ। ਚੰਗਾ ਹੁੰਦਾ ਜੇ ਕਿਸੇ ਕੀ ਯਾਦਗਾਰ ਨੂੰ ਬਤੌਰ ਟੂਰਿਸਟ ਪਲੇਸ ਡਿਵੈਲਪ ਕੀਤਾ ਜਾਂਦਾ, ਉੱਥੋਂ ਰੈਵਨਿਊ ਜਨਰੇਟ ਹੁੰਦਾ। ਜ਼ਰੂਰੀ ਨਹੀਂ ਕਿ ਸਾਰਾ ਪੈਸਾ ਸ਼ਰਾਬ ਦੇ ਠੇਕਿਆਂ ਤੋਂ ਆਵੇ, ਹੋਰ ਵੀ ਬਹੁਤ ਸਾਰੇ ਰੈਵਨਿਊ ਦੇ ਸੋਰਸਿਸ ਹੈਗੇ ਨੇ। ਤੁਸੀਂ ਲੋਕਾਂ ਨੂੰ ਓਪਰਚੁਨਿਟੀ ਤਾਂ ਦਿਓ ਪੈਸਾ ਖਰਚਣ ਦਾ, ਲੋਕ ਪੈਸਾ ਖਰਚਣ ਨੂੰ ਤਿਆਰ ਬੈਠੇ ਨੇ। ਜੀ, कोई और साथी कमेंट करना चाहे?
ਬਿਲਕੁਲ ਹਰਪ੍ਰੀਤ ਜੀ, ਪਹਿਲਾਂ ਤਾਂ ਪਰ ਮੈਂ ਆਖਾਂਗਾ ਕਿ ਹਰਪ੍ਰੀਤ ਜੀ ਜਿਹੜੀਆਂ ਇੱਕ ਚੀਜ਼ ਪੰਜਾਬ ਹੈ ਦੇ ਕਿ ਵਿੱਚ ਬਣੀਆਂ ਯਾਦਗਾਰਾਂ ਨੇ, ਕਈ ਸਾਡੇ ਸਾਥੀਆਂ ਨੂੰ ਮੁੜ ਕੇ ਉਹਦੇ ਤੇ ਹੀ ਗੱਲ ਆ ਕੇ ਕਰਨ ਦੀ ਪੈ ਜਾਂਦੀ ਆਦਤ। ਇਹੋ ਜਿਹੀਆਂ ਯਾਦਗਾਰਾਂ ਸਾਰੇ ਹਿੰਦੁਸਤਾਨ 'ਚ ਬਣੀਆਂ ਨੇ। ਇਹ ਤਾਂ ਬਹੁਤ ਵੱਡੇ ਯੋਧਿਆਂ ਦੀਆਂ ਯਾਦਗਾਰਾਂ ਬਣੀਆਂ ਨੇ ਜਿਨ੍ਹਾਂ ਰੀਅਲੀ ਮਨੁੱਖਤਾ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਨੇ। ਯਾਦਗਾਰਾਂ ਤੇ ਇਹੋ ਜਿਹੇ ਬੰਦਿਆਂ ਦੀਆਂ ਕੀਤੀਆਂ ਵੀ ਬਣ ਗਈਆਂ ਨੇ ਹਿੰਦੁਸਤਾਨ ਦੇ ਵਿੱਚ, ਜਿਨ੍ਹਾਂ ਨੇ ਲੋਕਾਂ ਦਾ ਘਾਣ ਕਰਵਾਇਆ, ਮਾਸੂਮਾਂ ਦਾ ਘਾਣ ਕਰਵਾਇਆ, ਔਰ ਇਹਦੇ ਨਾਲੋਂ ਬਹੁਤ ਵੱਧ ਪੈਸਾ ਲੱਗ ਕੇ ਬਣੀਆਂ ਨੇ। ਪਰ ਮੈਂ ਇਸ ਗੱਲ ਨੂੰ ਇੱਥੇ ਹੀ ਰੋਕਦਾ। ਜਿਹੜੀ ਤੁਸੀਂ ਇਹ ਗੱਲ ਹੈ ਕਿ ਰੈਵਨਿਊ ਦੇ ਪਿੱਛੇ ਸਰਕਾਰ ਪੈਂਦੀ ਹੈ, ਗੱਲ ਰੈਵਨਿਊ ਦੇ ਪਿੱਛੇ ਪੈਣ ਦੀ ਨਹੀਂ ਹੈਗੀ। ਗੱਲ ਇਹ ਹੈ ਕਿ ਲੋਕਾਂ ਦਾ ਜਿਹੜਾ ਹੈਗਾ ਸ਼ਰਾਬ ਪੀਣ ਦਾ ਜਿਹੜਾ ਸੋਚ ਹੈ, ਉਹਨੂੰ ਬਦਲੀ ਜਾ ਸਕਦੀ ਹੈ ਕਿ ਨਹੀਂ ਬਦਲੀ ਜਾ ਸਕਦੀ। ਜੇ ਲੋਕਾਂ ਨੇ ਸ਼ਰਾਬ ਪੀਣੀ ਹੈ ਔਰ ਲੋਕਾਂ ਨੂੰ ਹਟਾਇਆ ਨਹੀਂ ਜਾ ਸਕਦਾ ਹੈਗਾ, ਤਦ ਮੈਨੂੰ ਨਹੀਂ ਲੱਗਦਾ ਕਿ ਸ਼ਰਾਬ ਨੂੰ ਰੈਗੂਲੇਟ ਕਰਕੇ ਉਹਦੇ ਤੋਂ ਐਕਸਾਈਜ਼ ਡਿਊਟੀ ਕਮਾਉਣੀ ਸਰਕਾਰ ਦੀ ਕੋਈ ਗਲਤੀ ਹੋ ਸਕਦੀ ਹੈ। ਅੱਜ ਤੁਸੀਂ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਡਰਾਈ ਕਰਾਰ ਦੇ ਦਿਓ ਤੇ ਉਹਦੇ ਨਾਲ ਤੁਹਾਨੂੰ ਕਿੰਨੇ ਹੀ ਨਜਾਇਜ਼ ਸ਼ਰਾਬ ਦਾ ਧੰਦਾ ਇੱਥੇ ਪ੍ਰਫੁੱਲਤ ਹੁੰਦਾ ਨਜ਼ਰ ਆਏਗਾ। ਜਾਂ ਤਾਂ ਸਾਡੀਆਂ ਕਾਨੂੰਨ ਲਾਗੂ ਕਰਨ ਵਾਲੀ, ਮੈਂ ਪਹਿਲਾਂ ਵੀ ਉਸ ਹਾਈਵੇ ਦੇ ਜਿਹੜੀ ਡਰੰਕ ਡਰਾਈਵਿੰਗ ਉਹਦੇ ਬਾਰੇ ਕਿਹਾ, ਗੱਲ ਇਹ ਕਾਨੂੰਨ ਵੀ ਹੈਗੇ ਨੇ, ਸਾਰਾ ਕੁਝ ਹੁੰਦਾ ਹੈ, ਉਹਨਾਂ ਨੂੰ ਲਾਗੂ ਕਰਨ 'ਚ ਜਿਹੜੀ ਇੱਕ ਢਿੱਲ ਮੱਠ ਹੁੰਦੀ ਹੈ, ਔਰ ਪੈਸੇ ਲੈ ਕੇ ਦੋਸ਼ੀ ਨੂੰ ਛੱਡ ਦੇਣ ਵਾਲੀ ਜਿਹੜੀ ਬੁਰਾਈ ਆ ਸਾਡੇ ਸਿਸਟਮ ਦੇ ਵਿੱਚ, ਜਿੰਨੀ ਦੇਰ ਉਸ ਨੂੰ ਨੱਥ ਨਹੀਂ ਪਾਈ ਜਾ ਸਕਦੀ, ਅਸੀਂ ਬੁਰਾਈ ਨੂੰ ਕਾਨੂੰਨ ਦੇ ਨਾਲ ਨਹੀਂ ਇਸ ਚੀਜ਼ ਨੂੰ ਨਜਿੱਠ ਸਕਦੇ। 19-21 ਦਾ ਫਰਕ ਪੈ ਸਕਦਾ, ਮੈਂ ਕਹਿੰਦਾ 25% 30% ਵੀ ਫਰਕ ਪੈ ਸਕਦਾ, ਪਰ ਉਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਬੁਰਾਈ 25% ਰਹਿ ਗਈ ਆ ਤੇ 75% ਅਸੀਂ ਖਤਮ ਕਰਤੀ ਆ। ਸੋ ਇਹਦੇ ਵਿੱਚੋਂ ਜੇ ਰੈਵਨਿਊ ਕਮਾਉਂਦੀ ਹੈ ਸਰਕਾਰ, ਜਿੰਨੀ ਦੇਰ ਲੋਕਾਂ ਦੇ ਵਿੱਚ ਇਹ ਪ੍ਰਵਿਰਤੀ ਜਿਹੜੀ ਹੈਗੀ ਇਹਨੂੰ ਸੁਧਾਰ ਨਹੀਂ ਲਿਆ ਜਾਂਦਾ, ਪੀਣ ਦੀ ਪ੍ਰਵਿਰਤੀ, ਹਾਈਵੇ ਤੇ ਸ਼ਰਾਬ ਪੀ ਕੇ ਜਾਂ ਸੜਕ ਦੇ ਉੱਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੀ ਪ੍ਰਵਿਰਤੀ, ਜਦੋਂ ਤੱਕ ਇਸ ਚੀਜ਼ ਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਤਾਂ ਕੱਲੀ ਸ਼ਰਾਬਬੰਦੀ ਦੇ ਨਾਲ, ਈਵਨ ਜੇ ਤੁਸੀਂ ਇਹ ਕਹਿ ਲਓ ਜੇ ਕੋਈ ਬੰਦਾ ਚੰਡੀਗੜ੍ਹੋਂ ਆ ਰਿਹਾ ਦਿੱਲੀ ਨੂੰ ਜਾ ਰਿਹਾ ਹੈ ਜਾਂ ਦਿੱਲੀ ਤੋਂ ਚੰਡੀਗੜ੍ਹ ਨੂੰ ਆ ਰਿਹਾ ਹੈ, ਜੇ ਉਹਨੇ ਸ਼ਰਾਬ ਪੀਣੀ ਹੈ, ਉਹ ਗੱਡੀ 'ਚ ਬੈਠਾ ਹੈ, ਤਾਂ ਕੀ ਤੁਹਾਡਾ ਖਿਆਲ ਆ ਉਹ 500 ਮੀਟਰ ਪਿੱਛੇ ਜਾ ਕੇ ਉੱਥੇ ਜਾ ਕੇ ਸ਼ਰਾਬ ਨਹੀਂ ਲਿਆ ਸਕਦਾ, ਜਾਂ ਉੱਥੇ ਬੈਠ ਕੇ ਪੀ ਕੇ ਦੁਬਾਰਾ ਰੋਡ ਤੇ ਨਹੀਂ ਚੜ ਸਕਦਾ ਹੈਗਾ? ਗੱਲ ਤਾਂ ਇਹ ਹੈ ਕਿ ਜਦੋਂ ਰੋਡ ਤੇ ਚੜਦਾ ਉੱਥੇ ਕਾਨੂੰਨ ਦੀ ਸਥਿਤੀ ਕੀ ਹੈ। ਜੇ ਉੱਥੇ ਕਾਨੂੰਨ ਦੀ ਸਥਿਤੀ ਢਿੱਲੀ ਮਿੱਠੀ ਹੈ ਔਰ ਕਾਨੂੰਨ ਦੇ ਵਿੱਚ ਪ੍ਰੋਵੀਜ਼ਨ ਇਹੋ ਜਿਹਾ ਨਹੀਂ ਕਿ ਇਸ ਬੰਦੇ ਨੂੰ ਸੋਸ਼ਲੀ ਪਰਿਵਾਰਕ ਤੌਰ ਤੇ ਵੀ ਹੈਰਸ ਹੋਣਾ ਪਵੇ ਔਰ ਇਹ ਬੰਦੇ ਨੂੰ ਹਿਊਮਿਲੇਟ ਹੋਣਾ ਪਵੇ, ਤਦ ਤੱਕ ਉਹਨੂੰ ਨਹੀਂ ਰੋਕਿਆ ਜਾ ਸਕਦਾ। ਜੇ ਕਿਸੇ ਬੱਚੇ ਨੂੰ ਪਤਾ ਹੈ ਕਿ ਮੇਰੇ ਪਾਪਾ ਦਿੱਲੀ ਤੋਂ ਚੰਡੀਗੜ੍ਹ ਆ ਰਹੇ ਨੇ, ਪਰ ਦੂਜੇ ਦਿਨ ਫੋਨ ਆਵੇ ਕਿ ਬੇਟੇ ਮੈਂ ਤਾਂ ਸ਼ਰਾਬ ਪੀ ਕੇ ਗੱਡੀ ਚਲਾ ਰਿਹਾ ਸੀ ਤੇ ਹੁਣ ਮੈਂ 3 ਦਿਨ ਇੱਥੇ ਹਵਾ ਖਾ ਕੇ ਹੀ ਘਰ ਪਹੁੰਚ ਸਕੂੰਗਾ, ਮੇਰਾ ਖਿਆਲ ਨਹੀਂ ਬੰਦਾ ਇਸ ਚੀਜ਼ ਨੂੰ ਗਲਤੀ ਕਰੇਗਾ, ਚਾਹੇ ਉਹਦੇ ਸਾਹਮਣੇ ਗੱਡੀ 'ਚ ਵੀ ਪਈ ਹੋਏਗੀ ਤਾਂ ਵੀ ਉਹ ਗੁਰੇਜ਼ ਕਰੇਗਾ ਕਿ ਮੈਂ ਜਾ ਕੇ ਕੀ ਆਪਣੀ ਸੁਸਾਇਟੀ 'ਚ ਮੂੰਹ ਦਿਖਾਵਾਂਗਾ ਜਾਂ ਕਾਨੂੰਨ ਦੀ ਪਕੜ ਤੋਂ ਨਿਕਲ ਨਹੀਂ ਪਾਵਾਂਗਾ। ਇਹ ਠੀਕ ਹੈ, ਕੁਛ ਹੱਦ ਤੱਕ ਹੋ ਸਕਦਾ 1-2% ਉਹਦੇ ਨਾਲ ਫਰਕ ਪੈ ਜਾਵੇ, ਕਿਉਂਕਿ ਕਦੇ ਇਹ ਜਿਹੀ ਸਥਿਤੀ ਹੁੰਦੀ ਹੈ ਕਿ ਬੰਦੇ ਨੂੰ ਜੇ ਈਜ਼ੀ ਅਵੇਲੇਬਿਲਟੀ ਨਾ ਹੋਵੇ ਤਾਂ ਬੰਦਾ ਸੋਚਦਾ ਵੀ ਛੱਡ ਪਰੇ ਯਾਰ, ਕੌਣ ਜਾਏਗਾ ਅੱਧਾ ਕਿਲੋਮੀਟਰ ਅੰਦਰ, ਮੇਰਾ ਘੰਟਾ ਖਰਾਬ ਹੋ ਜਾਣਾ, ਅੱਧਾ ਘੰਟਾ ਖਰਾਬ ਹੋ ਜਾਣਾ। ਪਰ ਇਹਨੂੰ ਤੁਸੀਂ ਬਹੁਤ ਵੱਡੇ ਪੱਧਰ ਤੇ ਉਸ 'ਚ ਤਬਦੀਲੀ ਨਹੀਂ ਲਿਆ ਸਕਦੇ। ਰੈਵਨਿਊ ਨੂੰ ਤੁਸੀਂ ਰੋਕ ਕੇ ਉਹਦੇ ਨਾਲ ਤਬਦੀਲੀ ਨਹੀਂ ਆ ਜਾਂਦੀ। ਬਿਹਾਰ 'ਚ ਰੈਵਨਿਊ ਠੀਕ ਹੈ, ਉਹਨਾਂ ਨੇ ਕ੍ਰੀਏਟ ਕੀਤਾ, ਪਰ ਕੋਈ ਨਹੀਂ ਕਹਿ ਸਕਦਾ ਕਿ ਬਿਹਾਰ ਦੇ ਵਿੱਚ ਬਿਲਕੁਲ ਹੀ ਸ਼ਰਾਬ ਜਿਹੜੀ ਹੈਗੀ ਨਜਾਇਜ਼ ਤੌਰ ਤੇ ਨਹੀਂ ਵਿਕਦੀ। ਫਿਰ ਉਹ ਜਿਹੇ ਥਾਵਾਂ ਤੇ ਹੂਚ ਦੇ ਨਾਲ ਮੌਤਾਂ ਵੀ ਹੁੰਦੀਆਂ ਨੇ, ਜੇ ਉੱਥੇ ਹੂਚ ਨਾਲ ਇਸ ਵਕਤ ਮੌਤਾਂ ਨਹੀਂ ਹੋ ਰਹੀਆਂ ਤਾਂ ਇਹ ਪਲੱਸ ਪੁਆਇੰਟ ਨਤੀਜ ਜੀ ਨੂੰ ਜਾਂਦਾ ਕਿ ਉਹਨੇ ਕਾਨੂੰਨ ਵਿਵਸਥਾ ਲਾਗੂ ਕਰਨ ਦੇ ਵਿੱਚ ਜਿਹੜੀ ਢਿੱਲ ਸੀ ਉਹਨੂੰ ਵੀ ਨਾਲ ਦੂਰ ਕੀਤਾ। ਸੋ ਇਹ ਕਾਨੂੰਨ ਤਦ ਫਾਇਦੇਮੰਦ ਹੋ ਸਕਦਾ ਜੇ ਦੂਜੇ ਪਾਸੇ ਕਾਨੂੰਨ ਲਾਗੂ ਕਰਨ ਦੀ ਜਿਹੜੀ ਏਜੰਸੀਜ਼ ਨੇ ਉਹ ਸੁਹਿਰਦ ਹੋ ਕੇ ਔਰ ਪੂਰੀ ਸਖਤੀ ਦੇ ਨਾਲ ਕਾਨੂੰਨ ਲਾਗੂ ਕਰਨ। ਸਿਰਫ ਕਾਨੂੰਨ ਜਾਂ ਫੈਸਲੇ ਜਿਹੜੇ ਹੈਗੇ ਲੋਕਾਂ ਦੀ ਪ੍ਰਵਿਰਤੀ ਨੂੰ ਨਹੀਂ ਬਦਲ ਸਕਦੇ ਹੈਗੇ। ਸੀਪੀ ਸਿੰਘ ਜੀ। ਹਰਪ੍ਰੀਤ ਜੀ, ਜੇ ਰੈਵਨਿਊ ਦਾ ਇੰਪੈਕਟ ਨਾ ਪੈਂਦਾ ਇਕਨੋਮੀ ਦੇ ਉੱਪਰ ਲਿਕਵਰ ਦੇ, ਤਾਂ ਹਰ ਇੱਕ ਬਜਟ ਦੇ ਵਿੱਚ ਤੁਸੀਂ ਦੇਖੋ ਇਹ ਲਿਕਵਰ ਦਾ ਰੇਟ ਹੈ ਜਿਹੜਾ ਉਹਦੇ ਉੱਪਰ ਟੈਕਸ ਦਾ ਰੇਟ ਹੈ ਜਿਹੜਾ ਨਾ ਵਧਾਇਆ ਜਾਂਦਾ। ਸੋ ਇਸ ਚੀਜ਼ ਨੂੰ ਅਸੀਂ ਮੁਨਕਰ ਨਹੀਂ ਕਰ ਸਕਦੇ ਕਿ ਇੱਕ ਸਟੇਟ ਦਾ ਰੈਵਨਿਊ ਜਿਹੜਾ ਉਹ ਬਹੁਤ ਇੰਪੈਕਟ ਪੈਂਦਾ ਹੈ, ਉਹ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ ਲਿਕਵਰ ਦੀ ਸੇਲ ਦੇ ਉੱਪਰ। ਸੋ ਇਸੇ ਕਰਕੇ ਸ਼ਾਇਦ ਜਿਹੜੀਆਂ ਸਰਕਾਰਾਂ ਵੀ ਹੈ ਉਸ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਗੁਰੇਜ਼ ਨਹੀਂ ਕਰਦੀਆਂ। ਪਰ ਕਿਤੇ ਨਾ ਕਿਤੇ ਜਿਵੇਂ ਸਾਰੇ ਹੀ ਪੈਨਲਿਸਟ ਨੇ ਇਹ ਗੱਲ ਕੀਤੀ ਹੈ ਕਿ ਲਾਅ ਐਂਡ ਆਰਡਰ ਦੇ ਨੂੰ ਧਿਆਨ 'ਚ ਰੱਖਣ ਦੀ ਲੋੜ ਹੈ, ਉਹ ਬਿਲਕੁਲ ਇਹੀ ਚੀਜ਼ ਦੀ ਜ਼ਿਆਦਾ ਜ਼ਰੂਰਤ ਹੈ ਅੱਜ ਦੇ ਟਾਈਮ ਦੇ ਵਿੱਚ, ਕਿਉਂਕਿ ਰੈਵਨਿਊ ਜਨਰੇਸ਼ਨ ਦੇ ਹੋਰ ਸੋਰਸਿਸ ਵੀ ਹੋ ਸਕਦੇ ਹੈ। ਬਟ ਇਸ ਟਾਈਮ ਜੋ ਪੰਜਾਬ ਦੀ ਮਾਲੀ ਹਾਲਤ ਹੈ ਉਹ ਇਸ ਤਰ੍ਹਾਂ ਦੀ ਨਹੀਂ ਹੈ ਕਿ ਇਮੀਡੀਏਟ ਕੋਈ ਇਦਾਂ ਦਾ ਡਿਸੀਜਨ ਲਿਆ ਜਾਵੇ
ਜਿਹਦੇ ਨਾਲ ਕਿ ਕੋਈ ਸਟੇਟ ਦੀ ਜਿਹੜੀ ਇਕਨੋਮੀ ਹੈ ਜਾਂ ਸਟੇਟ ਦੀ ਜਿਹੜੀ ਆਰਥਿਕ ਦਸ਼ਾ ਉਹ ਹੋਰ ਹਿਲਜੁਲ ਹੋ ਜੇ। ਸੋ ਕਿਤੇ ਨਾ ਕਿਤੇ ਜੇ ਪੰਜਾਬ ਸੈਂਟਰਿਕ ਮੈਂ ਗੱਲ ਕਰਾਂ, ਕਿਉਂਕਿ ਡਿਸੀਜਨ ਤਾਂ ਸੁਪਰੀਮ ਕੋਰਟ ਦਾ, ਬਟ ਪੰਜਾਬ ਦੇ ਵਿੱਚ ਜਿਵੇਂ ਕੱਲ ਮੰਤਰੀ ਬਾਦਲ ਨੇ ਵੀ ਕਿਹਾ ਕਿ ਕੁਝ ਲੂਪ ਹੋਲ ਜਿਹੜੇ ਡਿਸੀਜਨ ਦੇ ਵਿੱਚ ਲੱਭੇ ਜਾਣਗੇ, ਜਿਹਦੇ ਨਾਲ ਕਿ ਹੋਟਲ ਇੰਡਸਟਰੀ ਵੀ ਬਚਾਈ ਜਾ ਸਕੇ ਔਰ ਲਿਕਰ ਦਾ ਵੀ ਜਿਹੜਾ ਯੂਜ਼ ਹੈ ਉਸ ਨੂੰ ਘਟਾਇਆ ਜਾ ਸਕੇ ਔਰ ਐਕਸੀਡੈਂਟ ਵੀ ਜਿਹੜੇ ਉਹ ਘੱਟ ਕੀਤੇ ਜਾ ਸਕਣ। ਸੋ ਕਿਤੇ ਨਾ ਕਿਤੇ ਸਰਕਾਰਾਂ ਦੀ ਕੋਸ਼ਿਸ਼ ਜਾਰੀ ਹੈ, ਲੇਕਿਨ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਉਹ ਪੂਰਾ ਨਹੀਂ ਹੈਗਾ, ਇਹ ਵੀ ਕਲੀਅਰ ਹੈ। ਔਰ ਜੇ ਅਸੀਂ ਰੈਵਨਿਊ ਤੋਂ ਮੁਨਕਰ ਕਰਾਂਗੇ ਉਹ ਵੀ ਨਹੀਂ ਪੋਸੀਬਲ, ਕਿਉਂਕਿ ਸਟੇਟ ਦਾ ਮੇਜਰ ਰੈਵਨਿਊ ਸ਼ੇਅਰ ਹੈ ਜਿਹੜਾ ਉਹ ਲਿਖ ਤੋਂ ਹੁੰਦਾ ਹੈ ਔਰ ਇਸ ਚੀਜ਼ ਨੂੰ ਅਸੀਂ ਮੁਨਕਰ ਨਹੀਂ ਕਰ ਸਕਦੇ। ਔਰ ਸ਼ਾਇਦ ਇਸੇ ਕਰਕੇ ਸਰਕਾਰਾਂ ਵੀ ਇਹਦੇ ਵਿੱਚੋਂ ਜਿਹੜੇ ਹੱਲ ਜਿਹੜੇ ਡਿਸੀਜਨ ਦੇ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਐਡੀ ਵੱਡੀ ਇੰਡਸਟਰੀ ਹੈ, ਅਸੀਂ ਉਸ ਨੂੰ ਵੀ ਤਬਾਹ ਹੁੰਦੇ ਨਹੀਂ ਦੇਖ ਸਕਦੇ। ਜਿਵੇਂ ਸ਼ਬੀਰ ਜੀ ਨੇ ਕਿਹਾ ਕਿ ਮਲਟੀ ਕਰੋੜ ਹਾਊਸਿਸ ਹੈਗੇ ਨੇ ਹੋਟਲ ਦੇ ਵਿੱਚ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਬਟ ਉਹ ਅੱਜ ਆਪਣੇ EMPLOYEES ਨੂੰ ਜਿਹੜੇ ਨਾਲ ਲੈ ਕੇ ਚੱਲਣ ਦੀ ਗੱਲ ਕਰਦੇ ਆ। ਉਹ ਇਸੇ ਕਰਕੇ ਕਰਦੇ ਆ ਕਿਉਂਕਿ EMPLOYEES ਜਿਹੜਾ ਤਬਕਾ ਹੈ, ਬਹੁਤ ਸਾਰਾ EMPLOYEE ਤਬਕਾ ਏਦਾਂ ਦਾ ਜਿਹੜਾ ਪੋਵਰਟੀ ਲਾਈਨ ਤੋਂ ਵੀ ਨੀਚੇ ਹੈ, ਜਿਹੜਾ ਉਸ ਹੋਟਲ ਇੰਡਸਟਰੀ ਵਿੱਚ ਕੰਮ ਕਰਦਾ ਹੈ, ਜਿਹੜਾ ਕਿ ਇਸ ਫੈਸਲੇ ਤੋਂ ਬਾਅਦ ਹੋ ਸਕਦਾ ਉਹ ਬੇਘਰ ਹੋ ਜੇ ਜਾਂ ਬੇਰੋਜ਼ਗਾਰ ਹੋ ਜੇ। ਸੋ ਉਸ ਚੀਜ਼ ਨੂੰ ਬਚਾਉਣ ਲਈ ਸਰਕਾਰਾਂ ਵੀ ਐਫਰਟ ਕਰਨਗੀਆਂ ਔਰ ਮੈਨੂੰ ਪੂਰੀ ਉਮੀਦ ਹੈ ਕਿ ਰੈਵਨਿਊ ਨੂੰ ਬਰਾਬਰ ਰੱਖਦੇ ਹੋਏ ਇੱਕ ਐਸੀ ਪਾਲਿਸੀ ਜਾਂ ਕੋਈ ਐਸਾ ਲਾਅ ਐਂਡ ਆਰਡਰ ਬਣਾਇਆ ਜਾਵੇ ਜਿਹਦੇ ਨੂੰ ਕਿ ਰੈਗੂਲੇਟ ਕਰਨ ਦੇ ਵਿੱਚ ਸਰਕਾਰਾਂ ਨੂੰ ਵੀ ਕੋਈ ਪ੍ਰੋਬਲਮ ਨਾ ਹੋਵੇ। ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਇਸ ਗੱਲਬਾਤ ਨੂੰ ਹੋਰ ਜਾਰੀ ਰੱਖੀਏ ਤੇ ਆਉਣ ਵਾਲੇ ਸਮੇਂ 'ਚ ਹੀ ਸਾਨੂੰ ਪਤਾ ਲੱਗੂਗਾ ਕਿ ਜੋ ਰਿਵਿਊ ਪਟੀਸ਼ਨ ਲਾਈ ਜਾਂਦੀ ਆ ਉਹਦੇ ਉੱਤੇ ਸੁਪਰੀਮ ਕੋਰਟ ਦਾ ਕੀ ਕਹਿਣਾ ਵਾ। ਕਿਤੇ ਨਾ ਕਿਤੇ ਜੋ ਮੇਰੇ ਸਾਥੀਆਂ ਨੇ ਗੱਲ ਕੀਤੀ ਕਿ ਜੋ ਸੁਪਰੀਮ ਕੋਰਟ ਦਾ ਆਦੇਸ਼ ਆਇਆ ਵਾ ਸ਼ਾਇਦ ਇਹਦੇ ਵਿੱਚ ਵੀ ਕੁਝ ਕਮੀਆਂ, ਤੇ ਦੂਜੇ ਪਾਸੇ ਜਿਹੜੀ ਇੰਡਸਟਰੀ ਇਸ ਆਦੇਸ਼ ਦੇ ਨਾਲ ਖਾਸ ਕਰਕੇ ਹੋਟਲ ਇੰਡਸਟਰੀ ਜਾਂ ਫਿਰ ਮੈਰਿਜ ਪਲੇਸ ਰੈਸਟੋਰੈਂਟ ਇੰਡਸਟਰੀ ਇਸ ਆਦੇਸ਼ ਦੇ ਨਾਲ ਰੈਵਨਿਊ ਲਾਸ ਕਰੂਗੀ, ਉਹਦੇ ਬਾਰੇ ਵੀ ਕਿਤੇ ਨਾ ਕਿਤੇ ਸਰਕਾਰ ਨੂੰ ਕੁਛ ਨਾ ਕੁਛ ਸੋਚਣਾ ਜ਼ਰੂਰ ਪਊਗਾ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਸ਼ੋਅ ਪਸੰਦ ਆਉਂਦੇ ਨੇ। ਹਮੇਸ਼ਾ ਹੀ ਤਰ੍ਹਾਂ ਫੋਨ, ਈਮੇਲ ਜਾਂ WhatsApp ਤੇ ਆਪਣੇ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਇੱਥੋਂ ਸਾਨੂੰ ਸਾਰਿਆਂ ਨੂੰ ਦਿਓ ਇਜਾਜ਼ਤ। ਧੰਨਵਾਦ।